ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 22 ਜਨਵਰੀ ਹੈ, ਦਿਨ ਐਤਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 9 ਮਾਘ ਹੋ ਗਿਆ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। ਮੌਸਮ ਦੀ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਨੇ ਕੱਲ ਤੇ ਪਰਸੋਂ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪੱਛਮੀ ਗੜਬੜੀ ਦੇ ਚੱਲਦਿਆਂ ਸੂਬੇ ਦੇ ਵਿੱਚ 23 ਤੇ 24 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮਾਲਵਾ ਇਲਾਕੇ ਦੇ ਕੁਝ ਹਿੱਸੇ ਵਿੱਚ ਗੜੇ ਵੀ ਪੈ ਸਕਦੇ ਨੇ। ਮੀਂਹ ਤੇ ਗੜੇਮਾਰੀ ਦੀ ਚੇਤਾਵਨੀ ਹੈ ਜਿਹੜੀ ਉਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਪਏ ਮੀਂਹ ਤੋਂ ਬਾਅਦ ਸੂਬੇ 'ਚ ਰਾਤਾਂ ਤਾਂ ਉਵੇਂ ਹੀ ਠੰਡੀਆਂ ਨੇ। ਠੰਡ 'ਚ ਥੋੜਾ ਘਾਟਾ ਜ਼ਰੂਰ ਦਰਜ ਕੀਤਾ ਗਿਆ ਹੈ, ਪਰ ਦਿਨ ਨੇ ਜਿਹੜੇ ਉਹ ਨਿੱਘੇ ਹੋ ਰਹੇ ਨੇ। ਇਸੇ ਤਰ੍ਹਾਂ ਪਹਾੜਾਂ ਦੀ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ 24 ਜਨਵਰੀ ਨੂੰ ਭਾਰੀ ਮੀਂਹ ਅਤੇ ਬਰਫ਼ਬਾਰੀ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਯਾਨੀ ਕਿ ਪਹਾੜਾਂ ਦੇ ਵਿੱਚ ਭਾਰੀ ਮੀਂਹ ਤੇ ਬਰਫ਼ਬਾਰੀ, ਜਦਕਿ ਮੈਦਾਨਾਂ ਦੇ ਵਿੱਚ ਗੜੇਮਾਰੀ ਦੇ ਲਈ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਿਕ ਚੰਬਾ, ਕਾਂਗੜਾ, ਮੰਡੀ, ਕੁੱਲੂ, ਸ਼ਿਮਲਾ, ਲਾਹੌਲ ਸਪੀਤੀ ਅਤੇ ਕਿन्नौर ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਤੇ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਪਹਾੜੀ ਇਲਾਕਿਆਂ ਦੇ ਵਿੱਚ 25 ਜਨਵਰੀ ਤੱਕ 4 ਦਿਨ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਭੁਵਨੇਸ਼ਵਰ ਦੇ ਵਿੱਚ ਚੱਲ ਰਹੇ ਵਿਸ਼ਵ ਹਾਕੀ ਕੱਪ ਦੀ ਗੱਲ ਕਰ ਲਈਏ ਤਾਂ ਅੱਜ ਭਾਰਤੀ ਟੀਮ ਦਾ ਫੈਸਲਾਕੁਨ ਮੈਚ ਹੋਵੇਗਾ। ਵਿਸ਼ਵ ਕੱਪ ਦੇ ਕੁਆਟਰ ਫਾਈਨਲ ਦੇ ਵਿੱਚ ਥਾਂ ਬਣਾਉਣ ਦੇ ਲਈ ਭਾਰਤੀ ਟੀਮ ਕਰੋ ਜਾਂ ਮਰੋ ਵਾਲੀ ਹਾਲਤ ਦੇ ਵਿੱਚ ਮੈਦਾਨ 'ਚ ਉਤਰੇਗੀ, ਕਿਉਂਕਿ ਜੇ ਅੱਜ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਤਾਂ ਕੁਆਟਰ ਫਾਈਨਲ ਦੇ ਵਿੱਚ ਥਾਂ ਬਣਨੀ ਹੈ, ਤੇ ਜੇ ਭਾਰਤ ਹਾਰ ਗਿਆ ਤਾਂ ਫਿਰ ਭਾਰਤ ਦਾ ਸੁਪਨਾ ਖਤਮ ਹੋ ਜਾਏਗਾ। ਪਿਛਲੇ ਮੈਚ ਦੇ ਵਿੱਚ ਭਾਰਤ ਵੇਲਸ ਟੀਮ ਦੇ ਖਿਲਾਫ ਖਰਾਬ ਪ੍ਰਦਰਸ਼ਨ ਕਰਕੇ ਸਿੱਧੇ ਆਖਰੀ 8 ਵਿੱਚ ਥਾਂ ਬਣਾਉਣ 'ਚ ਨਾਕਾਮ ਰਿਹਾ। ਇਸ ਲਈ ਉਸਨੂੰ ਨਿਊਜ਼ੀਲੈਂਡ ਖਿਲਾਫ ਮੁਕਾਬਲਾ ਹਰ ਹਾਲ ਦੇ ਵਿੱਚ ਜਿੱਤਣਾ ਹੀ ਪਊਗਾ। ਦਰਅਸਲ ਮਿਡਫੀਲਡਰ ਹਾਰਦਿਕ ਸਿੰਘ ਦੇ ਟੂਰਨਾਮੈਂਟ 'ਚੋਂ ਬਾਹਰ ਹੋਣ ਕਰਕੇ ਭਾਰਤੀ ਟੀਮ ਨੂੰ ਤਕੜਾ ਝਟਕਾ ਲੱਗਿਆ ਹੈ। ਹਾਰਦਿਕ ਇੰਗਲੈਂਡ ਖਿਲਾਫ 15 ਜਨਵਰੀ ਨੂੰ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ। ਸੌਦਾ ਸਾਧ ਨੂੰ 14 ਮਹੀਨਿਆਂ ਦੇ ਵਿੱਚ ਚੌਥੀ ਵਾਰੀ ਪੈਰੋਲ ਮਿਲ ਚੁੱਕੀ ਹੈ ਤੇ ਜੇਲ੍ਹੋਂ ਰਿਹਾ ਹੋ ਕੇ ਉਹ ਯੂਪੀ ਦੇ ਬਰਨਾਵਾ ਆਸ਼ਰਮ ਦੇ ਵਿੱਚ ਪਹੁੰਚ ਚੁੱਕਿਆ ਹੈ। ਜਦੋਂ ਡੇਰਾ ਸਾਧ ਦੀ ਰਿਹਾਈ ਹੋਈ ਤਾਂ ਹਨੀਪ੍ਰੀਤ ਵੀ ਨਾਲ ਮੌਜੂਦ ਸੀ। ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਪਹਿਲੇ ਦਿਨ ਹੀ ਸੌਦਾ ਸਾਧ ਸੋਸ਼ਲ ਮੀਡੀਆ ਤੇ ਲਾਈਵ ਹੋਇਆ। ਡੇਰਾ ਪ੍ਰੇਮੀਆਂ ਨੂੰ ਸੁਨੇਹਾ ਦਿੱਤਾ ਅਤੇ ਕਿਹਾ ਕਿ ਮੁੜ ਸਾਰਿਆਂ ਦੀ ਸੇਵਾ 'ਚ ਹਾਜ਼ਰ ਹੋਇਆ ਹਾਂ ਤੇ ਸਾਰੇ ਡੇਰਾ ਪ੍ਰੇਮੀ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ। ਲਾਈਵ ਸਮਾਗਮ ਕੀਤੇ ਜਾਣਗੇ। ਸੂਤਰਾਂ ਮੁਤਾਬਿਕ ਭਾਵੇਂ ਜੇਲ੍ਹ ਪ੍ਰਸ਼ਾਸਨ ਨੇ ਰਾਮ ਰਹੀਮ ਨੂੰ ਯੂਪੀ ਦੇ ਬਰਨਾਵਾ ਆਸ਼ਰਮ 'ਚ ਜਾਣ ਦੀ ਹਦਾਇਤ ਕੀਤੀ ਹੈ, ਪਰ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਉਹ ਡੇਰਾ ਸਿਰਸਾ ਵੀ ਆਵੇ, ਕਿਉਂਕਿ ਉਸਨੇ ਪੈਰੋਲ ਹੀ ਕਾਰਨ ਦੱਸ ਕੇ ਲਈ ਹੈ ਕਿ ਸਿਰਸਾ ਦੇ ਵਿੱਚ 25 ਜਨਵਰੀ ਨੂੰ ਡੇਰਾ ਸਿਰਸਾ ਦੇ ਸਾਬਕਾ ਮੁਖੀ ਦਾ ਜਨਮ ਦਿਨ ਮਨਾਇਆ ਜਾਣਾ ਹੈ। ਇਸ ਕਰਕੇ ਉਹ ਜਾਣਾ ਚਾਹੁੰਦਾ ਹੈ। ਰਾਮ ਰਹੀਮ ਦੀ ਪੈਰੋਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਭਾਈਚਾਰੇ ਨੇ ਵਿਰੋਧ ਕੀਤਾ ਹੈ। SGPC ਪ੍ਰਧਾਨ ਨੇ ਕਿਹਾ ਕਿ ਜਦੋਂ ਅਜਿਹੇ ਕਾਤਲ ਤੇ ਬਲਾਤਕਾਰੀ ਨੇ ਜਿਹੜੇ ਉਹ ਪੈਰੋਲ ਤੇ ਛੱਡੇ ਜਾ ਸਕਦੇ ਨੇ ਤਾਂ ਬੰਦੀ ਸਿੰਘਾਂ ਨੂੰ ਰਿਹਾ ਕਰਨ 'ਚ ਕੀ ਮੁਸ਼ਕਿਲ ਹੈ। ਸਰਕਾਰਾਂ ਦੀ ਇਹ ਦੋਗਲੀ ਨੀਤੀ ਹੈ, ਕਹਿੰਦੇ ਜਿਹੜੀ ਉਹ ਸਿੱਖਾਂ ਦੇ ਵਿੱਚ ਬੇਵਿਸਾਹੀ ਪੈਦਾ ਕਰ ਰਹੀ ਹੈ। SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਹਰਿਆਣੇ ਦੀ ਸਰਕਾਰ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਉਹ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਕਿ ਉਹਨਾਂ ਡੇਰਾ ਮੁਖੀ ਵਿਰੁੱਧ 2007 ਤੋਂ ਚੱਲਦੇ ਸਵਾਂਗ ਕੇਸ ਨੂੰ ਵਾਪਸ ਲੈਣ ਦੇ ਲਈ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਅਰਜ਼ੀ ਕਿਉਂ ਦਿੱਤੀ ਸੀ। ਇੱਕ ਪਾਸੇ ਸੁਖਬੀਰ ਸਵਾਲਾਂ ਦੇ ਘੇਰੇ ਵਿੱਚ ਨੇ ਤੇ ਦੂਸਰੇ ਪਾਸੇ ਸੁਖਬੀਰ ਬਾਦਲ ਹੁਣ ਡੇਰਾ ਮੁਖੀ ਨੂੰ ਪੈਰੋਲ ਦੇਣ ਦੀ ਨਿਖੇਧੀ ਕਰ ਰਹੇ ਨੇ। ਕਹਿੰਦੇ ਸਾਧ ਨੂੰ ਵਾਰੀ-ਵਾਰੀ ਪੈਰੋਲ ਦਿੱਤੀ ਜਾ ਰਹੀ ਹੈ, ਜਦਕਿ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਉਧਰ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗੇ ਪੱਕੇ ਇਨਸਾਫ ਮੋਰਚੇ ਵਿੱਚ ਵੀ ਡੇਰਾ ਮੁਖੀ ਨੂੰ ਪੈਰੋਲ ਦੇਣ ਤੇ ਹਰਿਆਣਾ ਸਰਕਾਰ ਦਾ ਘਿਰਾਓ ਕੀਤਾ ਗਿਆ। ਸਰਕਾਰਾਂ ਤੇ ਸਿੱਖਾਂ ਪ੍ਰਤੀ ਦੂਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਅਤੇ 26 ਨੂੰ ਇਨਸਾਫ ਮਾਰਚ ਵਿੱਚ ਸ਼ਾਮਿਲ ਹੋਣ ਦਾ ਵੀ ਸੱਦਾ ਦਿੱਤਾ ਹੈ। ਉਹਨਾਂ ਸਾਰੇ ਲੋਕਾਂ ਨੂੰ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਹਾੜੇ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇ। ਕਹਿੰਦੇ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ ਪੈਰੋਲ ਦੇ ਕੇ ਸਿੱਖਾਂ ਨੂੰ ਚੁਣੌਤੀ ਦਿੱਤੀ ਹੈ। ਝੂਠ ਦਾ ਪ੍ਰਚਾਰ ਕਰਨ ਲਈ ਡੇਰਾ ਮੁਖੀ ਨੂੰ Z+ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ, ਜਿਹੜੀ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। ਸਿੱਖ ਲੀਡਰਾਂ ਨੇ ਕਿਹਾ ਕਿ ਕਹਿਣ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਕਿ ਸਰਕਾਰ ਦੇ ਆਪਣੇ ਚਹੇਤਿਆਂ ਲਈ ਵੱਖਰੇ ਕਾਨੂੰਨ ਨੇ ਤੇ ਸਿੱਖਾਂ ਦੇ ਲਈ ਵੱਖਰੇ ਕਾਨੂੰਨ ਨੇ। ਫਿਰ ਮੰਗ ਕੀਤੀ ਗਈ ਹੈ ਕਿ ਜਿਹੜੇ ਬੰਦੀ ਸਿੰਘ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੀ ਦਸਤਖਤ ਮੁਹਿੰਮ ਛੇੜੀ ਸੀ, ਉਸ ਤਹਿਤ 10 ਲੱਖ ਦਸਤਖਤ ਪੂਰੇ ਹੋ ਚੁੱਕੇ ਨੇ। ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਦਸਤਖਤ ਜਿਹੜੇ ਨੇ ਉਹ ਦਸਤਖਤ ਫਾਰਮ ਭਰੇ ਨੇ।
ਐਸਜੀਪੀਸੀ ਨੇ ਦੱਸਿਆ ਕਿ ਇਸ ਮੁਹਿੰਮ 'ਚ ਭਾਗ ਲੈਣ ਵਾਲਿਆਂ ਵਿੱਚ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਤੇ ਵੱਖ-ਵੱਖ ਮੁਲਕਾਂ ਦੇ ਵਸਿੰਦੇ ਵੀ ਸ਼ਾਮਲ ਨੇ ਤੇ ਦਸਤਖਤ ਕੀਤੇ ਗਏ ਇਹ ਫਾਰਮ ਅਗਲੇ ਮਹੀਨੇ ਯਾਨੀ ਕਿ ਫਰਵਰੀ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਇਸ ਸੰਬੰਧੀ ਐਸਜੀਪੀਸੀ ਦੇ ਸਾਰੇ ਮੈਂਬਰ ਤੇ ਅਹੁਦੇਦਾਰ ਮਾਰਚ ਕਰਦੇ ਹੋਏ ਚੰਡੀਗੜ੍ਹ ਦੇ ਵਿੱਚ ਰਾਜਪਾਲ ਨੂੰ ਮਿਲਣਗੇ। ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਵੀ ਸੌਂਪਣਗੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵਾਲੇ ਸਾਰੇ ਫਾਰਮ ਵੀ ਸੌਂਪਣਗੇ। ਐਸਜੀਪੀਸੀ ਨੇ ਇਹ ਦਸਤਖਤ ਮੁਹਿੰਮ 1 ਦਸੰਬਰ ਨੂੰ ਸ਼ੁਰੂ ਕੀਤੀ ਸੀ। ਸੋ ਇੱਧਰ ਰਾਮ ਰਹੀਮ ਨੂੰ ਜੇਲੋਂ ਬਾਹਰ ਕੱਢਿਆ ਗਿਆ ਹੈ 40 ਦਿਨਾਂ ਦੇ ਲਈ, ਤਾਂ ਦੂਸਰੇ ਪਾਸੇ ਬੇਅਦਬੀ ਕਾਂਡ ਦੇ ਵਿੱਚ ਮੁੱਖ ਮੁਲਜ਼ਮ ਰਾਮ ਰਹੀਮ ਜਿਹੜਾ ਹੈਗਾ ਉਸ ਦਾ ਕੇਸ ਪੰਜਾਬ ਤੋਂ ਬਾਹਰ ਲਿਜਾਣ ਦੇ ਲਈ ਡੇਰਾ ਪ੍ਰੇਮੀ ਸੁਪਰੀਮ ਕੋਰਟ ਤੱਕ ਪਹੁੰਚ ਗਏ ਨੇ। ਫਰੀਦਕੋਟ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਬੇਅਦਬੀ ਕਾਂਡ ਨਾਲ ਜੁੜੇ 3 ਫੌਜਦਾਰੀ ਕੇਸਾਂ ਨੂੰ ਪੰਜਾਬ ਤੋਂ ਬਾਹਰ ਲਿਜਾਣ ਦੇ ਲਈ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਇਰ ਕੀਤੀ ਹੈ। ਅਰਜ਼ੀ ਦਾਇਰ ਕਰਨ ਵਾਲਿਆਂ ਦੇ ਵਿੱਚ ਮੁੱਖ ਮੁਲਜ਼ਮ ਰਾਮ ਰਹੀਮ ਵੀ ਸ਼ਾਮਲ ਹੈ। 5 ਹੋਰ ਡੇਰਾ ਪ੍ਰੇਮੀਆਂ ਨੇ ਆਪਣੀ ਅਰਜ਼ੀ ਦਾਇਰ ਕੀਤੀ ਹੈ। ਦੱਸਿਆ ਕਿ ਪੰਜਾਬ ਦੇ ਵਿੱਚ ਸਾਡੀ ਜਾਨ ਨੂੰ ਖਤਰਾ ਹੈ। ਪੰਜਾਬ ਦੀਆਂ ਅਦਾਲਤਾਂ ਵਿੱਚ ਡੇਰਾ ਪ੍ਰੇਮੀ ਆਜ਼ਾਦ ਤਰੀਕੇ ਨਾਲ ਕਹਿੰਦੇ ਆਪਣਾ ਕੇਸ ਨਹੀਂ ਲੜ ਸਕਦੇ। ਇਹਦੇ ਵਿੱਚ ਡੇਰਾ ਪ੍ਰੇਮੀਆਂ ਨੇ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਡੇਰਾ ਪ੍ਰੇਮੀਆਂ ਦੀ ਇਸ ਪਟੀਸ਼ਨ ਤੇ 30 ਜਨਵਰੀ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ। ਤੇ ਫਰੀਦਕੋਟ ਦੇ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਨਿਕਾ ਲਾਂਬਾ ਦੀ ਅਦਾਲਤ ਵਿੱਚ ਬੇਅਦਬੀ ਦੇ ਨਾਲ ਜੁੜੇ 3 ਕੇਸਾਂ ਦੀ ਸੁਣਵਾਈ ਹੋਣੀ ਸੀ, ਪਰ ਇੱਥੇ ਕੋਈ ਵੀ ਮੁਲਜ਼ਮ ਡੇਰਾ ਪ੍ਰੇਮੀ ਅਦਾਲਤ 'ਚ ਪੇਸ਼ ਨਹੀਂ ਹੋਇਆ। ਸਾਰਿਆਂ ਨੇ ਵਕੀਲਾਂ ਰਾਹੀਂ ਅਰਜ਼ੀਆਂ ਭੇਜੀਆਂ ਅਤੇ ਜੱਜਾਂ ਨੇ ਹਾਜ਼ਰੀ ਮਾਫ ਕਰ ਦਿੱਤੀ। ਇਸ ਦੌਰਾਨ ਅਦਾਲਤ ਦੇ ਵਿੱਚ ਸਿਟ ਨੇ 600 ਪੰਨਿਆਂ ਦੇ ਦਸਤਾਵੇਜ਼ ਡੇਰਾ ਪ੍ਰੇਮੀਆਂ ਦੇ ਵਕੀਲਾਂ ਨੂੰ ਮੁਹੱਈਆ ਕਰਵਾ ਦਿੱਤੇ ਨੇ। ਇਹਨਾਂ ਦਸਤਾਵੇਜ਼ਾਂ ਦੇ ਵਿੱਚ ਸੀਬੀਆਈ ਦੀਆਂ ਪੜਤਾਲ ਰਿਪੋਰਟਾਂ ਵੀ ਸ਼ਾਮਿਲ ਨੇ। ਯਾਨੀ ਕਿ ਜੋ ਸਾਰਾ ਕੁਝ ਚੱਲ ਰਿਹਾ ਹੈ, ਲੱਗਦਾ ਹੈ ਕਿ ਸਾਰਾ ਕੁਝ ਹੈ ਜਿਹੜਾ ਉਹ ਡੇਰੇ ਦੀ ਹਮਾਇਤ ਦੇ ਵਿੱਚ ਹੀ ਚੱਲ ਰਿਹਾ ਹੈ। ਭਾਵੇਂ ਡੇਰਾ ਮੁਖੀ ਨੂੰ ਪੈਰੋਲ ਹੋਵੇ ਤੇ ਅਦਾਲਤਾਂ ਦੀ ਜਿਹੜੀ ਚੱਲ ਰਹੀ ਕਾਰਵਾਈ ਹੈ ਉਸ ਦੇ ਵਿੱਚ ਡੇਰਾ ਪ੍ਰੇਮੀ ਨੇ ਜਿਹੜੇ ਉਹ ਹਾਵੀ ਹੁੰਦੇ ਜਾ ਰਹੇ ਨੇ, ਜਿਹੜੇ ਕਿ ਬੇਅਦਬੀ ਦੇ ਮੁੱਖ ਮੁਲਜ਼ਮ ਨੇ। ਸੋ ਸਿੱਖ ਭਾਈਚਾਰੇ ਦੇ ਲਈ ਇਹ ਸਭ ਤੋਂ ਵੱਡਾ ਦੁੱਖ ਹੈ ਕਿ 2015 ਦੇ ਵਿੱਚ ਵਾਪਰੇ ਵੱਡੇ ਬੇਅਦਬੀ ਕਾਂਡ ਦਾ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਨਸਾਫ ਮਿਲਣਾ ਤਾਂ ਦੂਰ, ਹਾਲੇ ਤੱਕ ਵੀ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਜਿਹੜਾ ਮਾੜਾ ਦੌਰ ਹੈ ਉਹ ਚੱਲ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਗੁਰੂ ਘਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਨੇੜੇ ਹੀ ਲੇਬਰ ਰਹਿੰਦੀ ਸੀ। ਉਸੇ ਥਾਂ ਦੇ ਨੇੜੇ ਧਾਰਮਿਕ ਸਮੱਗਰੀ ਇੱਕ ਪੋਟਲੀ 'ਚ ਬੰਨੀ ਰੱਖੀ ਮਿਲੀ ਹੈ ਤੇ ਉੱਥੇ ਹੀ ਲੇਬਰ ਨੇ ਆਪਣੇ ਜੋੜੇ ਰੱਖੇ ਹੋਏ ਸੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨਾਂ ਨੂੰ ਜਾਣਕਾਰੀ ਮਿਲੀ ਕਿ ਉੱਥੇ ਕੁਝ ਧਾਰਮਿਕ ਪੋਸਟਰ ਪਏ ਨੇ, ਜਿਸ ਦੇ ਉੱਤੇ ਲੇਬਰ ਸੌਂਦੀ ਹੈ। ਨਾਲ ਹੀ ਧਾਰਮਿਕ ਪੁਸਤਕਾਂ ਵੀ ਪੋਟਲੀ ਬੰਨ੍ਹ ਕੇ ਰੱਖੀਆਂ ਹੋਈਆਂ ਨੇ। ਜਥੇਬੰਦੀ ਦੇ ਇੱਕ ਕਾਰਕੁਨ ਓਂਕਾਰ ਸਿੰਘ ਨੇ ਜਦੋਂ ਉੱਥੇ ਜਾ ਕੇ ਮੌਕੇ ਤੇ ਦੇਖਿਆ ਤਾਂ ਸਭ ਕੁਝ ਸਹੀ ਨਿਕਲਿਆ। ਉੱਥੇ ਦੇਖਿਆ ਕਿ ਕੰਮ ਕਰਨ ਵਾਲੇ ਲੋਕਾਂ ਨੇ ਯਾਨੀ ਕਿ ਲੇਬਰ ਨੇ ਸ਼ਰਾਬ ਪੀਤੀ ਹੋਈ ਸੀ, ਜੇਬ ਦੇ ਵਿੱਚ ਤੰਬਾਕੂ ਵੀ ਮਿਲਿਆ ਹੈ ਤੇ ਇਸ ਨੂੰ ਬੇਅਦਬੀ ਦਾ ਮਾਮਲਾ ਕਰਾਰ ਦਿੱਤਾ ਗਿਆ, ਕਿਉਂਕਿ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਇਹ ਇਮਾਰਤ ਉਸਾਰੀ ਦਾ ਕੰਮ ਚੱਲ ਰਿਹਾ, ਉੱਥੇ ਹੀ ਲੇਬਰ ਰਹਿੰਦੀ ਹੈ, ਤਾਂ ਗੁਰੂ ਘਰ ਦੇ ਵਿੱਚ ਤੰਬਾਕੂ ਤੇ ਸ਼ਰਾਬ ਪੀ ਕੇ ਕੋਈ ਕਿਵੇਂ ਅੰਦਰ ਜਾ ਸਕਦਾ ਹੈ। ਧਾਰਮਿਕ ਸਮੱਗਰੀ ਵੀ ਪੈਰਾਂ ਹੇਠਾਂ ਸੁੱਟੀ ਹੋਈ ਸੀ ਤੇ ਕਮੇਟੀ ਕੀ ਸੁੱਤੀ ਪਈ ਹੈ। ਸਿੱਖ ਜਥੇਬੰਦੀ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਾਰੀ ਸਮੱਗਰੀ ਨੂੰ ਚੁੱਕਿਆ, ਇਕੱਠਾ ਕੀਤਾ ਤੇ ਗੁਰੂ ਘਰ ਦੇ ਵਿੱਚ ਪਹੁੰਚਾਇਆ। ਮੌਕੇ ਤੇ ਕਮੇਟੀ ਮੈਂਬਰਾਂ ਨੂੰ ਬੁਲਾਇਆ ਗਿਆ। ਮੈਂਬਰਾਂ ਨੇ ਬੇਅਦਬੀ ਦੀ ਸਾਰੀ ਵੀਡੀਓ ਵੀ ਤਿਆਰ ਕੀਤੀ। ਇਤਲਾਹ ਮਿਲਦਿਆਂ ਹੀ ਡੀਸੀਪੀ ਜਗਮੋਹਨ ਅਤੇ ਏਡੀਸੀਪੀ ਜਗਜੀਤ ਸਿੰਘ ਸਰਾਏ ਤੇ ਏਸੀਪੀ ਮਾਡਲ ਟਾਊਨ ਰਣਧੀਰ ਕੁਮਾਰ ਵੀ ਮੌਕੇ ਤੇ ਪਹੁੰਚ ਗਏ। ਮਾਮਲਾ ਭਖਦਾ ਜਾ ਰਿਹਾ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਸ਼ਕਿਲ ਦੇ ਨਾਲ ਸਭ ਨੂੰ ਸ਼ਾਂਤ ਕਰਵਾਇਆ। ਉਹਨਾਂ ਨੇ ਮੌਕੇ ਤੇ ਪਹੁੰਚੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਕਾਰਕੁਨ ਨੇ ਉਹਨਾਂ ਤੋਂ ਮਾਫੀ ਮੰਗੀ ਤੇ ਮਜ਼ਦੂਰਾਂ ਨੂੰ ਚੇਤਾਵਨੀ ਦਿੱਤੀ ਕਿ ਇਹ ਗਲਤੀ ਅੱਗੇ ਤੋਂ ਨਹੀਂ ਹੋਣੀ ਚਾਹੀਦੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਿਆਨ ਰੱਖਣ ਦਾ ਵਾਅਦਾ ਕੀਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਕਾਲੀ ਬਾਬਾ ਫੂਲਾ ਸਿੰਘ ਦਾ ਦੂਸਰਾ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਇਆ। ਸਭ ਤੋਂ ਪਹਿਲਾਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਉਸ ਤੋਂ ਬਾਅਦ ਹਜ਼ੂਰੀ ਰਾਗੀ ਜਥਿਆਂ ਨੇ ਸ਼ਬਦ ਕੀਰਤਨ ਗਾਇਨ ਕੀਤਾ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਉਹ ਉੱਚੇ ਆਚਰਣ ਵਾਲੀ ਸ਼ਖਸੀਅਤ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਪਰ ਅੱਜ ਦੇ ਸਿੱਖਾਂ ਵਿੱਚ ਅਕਾਲੀ ਫੂਲਾ ਸਿੰਘ ਵਰਗਾ ਕਿਰਦਾਰ ਦੇਖਣ ਨੂੰ ਨਹੀਂ ਮਿਲਦਾ। ਉਹਨਾਂ ਕਿਹਾ ਕਿ ਹਰੇਕ ਸਿੱਖ ਨੌਜਵਾਨ ਨੂੰ ਬਾਬਾ ਫੂਲਾ ਸਿੰਘ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਵੀਰ ਸਿੰਘ ਨੇ ਪਹੁੰਚੀਆਂ ਸ਼ਖਸੀਅਤਾਂ ਦਾ ਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਸ਼ਤਾਬਦੀ ਸਮਾਗਮ ਪੂਰਾ ਸਾਲ ਚੱਲਣਗੇ ਤੇ 12 ਫਰਵਰੀ ਨੂੰ ਅਕਾਲੀ ਬਾਬਾ ਫੂਲਾ ਸਿੰਘ ਦੇ ਜਨਮ ਅਸਥਾਨ ਦੇਲਾ ਸੀਹਾਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।
ਕੱਲ ਪੰਜਾਬ ਪੁਲਿਸ ਨੇ ਪੂਰੇ ਸੂਬੇ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦਰਮਿਆਨ ਪੂਰੇ 5 ਘੰਟਿਆਂ ਦੇ ਵਿੱਚ 281 ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦੀ ਇੱਕੋ ਵਾਰ ਚੈਕਿੰਗ ਕੀਤੀ। 91 ਸ਼ੱਕੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਪੰਜਾਬ ਦੇ ਏਡੀਜੀਪੀ ਲਾ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਜਿਹੜੇ ਮਾਸਟਰਮਾਈਂਡ ਨੇ ਗੋਲਡੀ ਬਰਾੜ, ਇਸ ਸਮੇਤ ਕੇਸ ਦੇ ਵਿੱਚ ਲੋੜੀਂਦੇ ਸਾਰੇ ਗੈਂਗਸਟਰਾਂ ਨੂੰ ਪੰਜਾਬ ਲਿਆਉਣ ਦੇ ਲਈ ਤੇਜ਼ੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਸਾਰੇ ਗੈਂਗਸਟਰ ਸੂਬਾ ਪੁਲਿਸ ਦੀ ਪਕੜ ਦੇ ਵਿੱਚ ਹੋਣਗੇ। ਸੋ ਏਡੀਜੀਪੀ ਦਾ ਬਿਆਨ ਤਾਂ ਇਹੀ ਸਾਬਿਤ ਕਰਦਾ ਹੈ ਕਿ ਗੋਲਡੀ ਬਰਾੜ ਪੁਲਿਸ ਹਿਰਾਸਤ ਦੇ ਵਿੱਚ ਹੈ ਤੇ ਉਹਨੂੰ ਪੰਜਾਬ ਲਿਆਉਣ ਲਈ ਯਤਨ ਕੀਤੇ ਜਾ ਰਹੇ ਨੇ। ਜਦਕਿ ਗੋਲਡੀ ਬਰਾੜ, ਜਦੋਂ ਸੀਐਮ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਗੋਲਡੀ ਬਰਾੜ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ, ਤਾਂ ਉਸਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਰਾਹੀਂ ਫਰਜ਼ੀ ਐਨਓਸੀ ਸਹਾਰੇ ਹੋਈਆਂ ਰਜਿਸਟਰੀਆਂ ਦੇ ਮਾਮਲੇ ਦੀ ਚੌਕਸੀ ਵਿਭਾਗ ਨੂੰ ਜਾਂਚ ਦੇ ਨਿਰਦੇਸ਼ ਦੇ ਦਿੱਤੇ ਨੇ। ਸੂਬੇ ਦੇ ਸਾਰੇ ਸਬ ਰਜਿਸਟਰਾਰ ਦਫ਼ਤਰਾਂ ਦੀ ਛਾਣਬੀਣ ਕਰਕੇ ਫੌਰੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ। ਚਿੱਠੀਆਂ ਕੱਢ ਦਿੱਤੀਆਂ ਗਈਆਂ ਨੇ। ਇਸ ਚਿੱਠੀ ਦੇ ਰਾਹੀਂ ਰੋਪੜ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ, ਬਠਿੰਡਾ ਤੇ ਲੁਧਿਆਣਾ ਰੇਂਜ ਅਧਿਕਾਰੀਆਂ ਤੋਂ ਆਪਣੇ ਇਲਾਕੇ ਦੇ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ ਦੇ ਵੱਲੋਂ ਰਜਿਸਟਰੀਆਂ ਕਰਨ ਸਮੇਂ ਵਰਤੇ ਗਏ ਫਰਜ਼ੀ ਐਨਓਸੀ ਦੀ ਪੜਤਾਲ ਕਰਕੇ ਇਸ ਦੇ ਘੇਰੇ 'ਚ ਆਉਣ ਵਾਲੇ ਸਾਰੇ ਅਧਿਕਾਰੀਆਂ ਅਤੇ ਲੈਣ ਦੇਣ ਦੇ ਵੇਰਵੇ ਸਹਿਤ ਰਿਪੋਰਟ ਤਲਬ ਕੀਤੀ ਹੈ। ਜਾਂਚ ਰਾਏਕੋਟ ਤੋਂ ਵਿੱਢੀ ਜਾਵੇਗੀ ਤੇ ਵਗਦੀ ਗੰਗਾ 'ਚ ਹੱਥ ਧੋਣ ਵਾਲੇ ਹਰ ਵਿਅਕਤੀ ਖਿਲਾਫ ਕਾਰਵਾਈ ਹੋਵੇਗੀ। ਵਿਜੀਲੈਂਸ ਮੁਖੀ ਰਵਿੰਦਰਪਾਲ ਸਿੰਘ ਸੰਧੂ ਨੇ ਇਹ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਸਿਆਸੀ ਪਿਛੋਕੜ ਵਾਲੇ ਵਿਅਕਤੀ ਨੂੰ ਵੀ ਬਖਸ਼ਿਆ ਨਹੀਂ ਜਾਊਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਮਸਲਿਆਂ ਦੇ ਹੱਲ ਲਈ ਪਾਰਟੀ ਵੱਲੋਂ ਸਿੱਖ ਸ਼ਖਸੀਅਤਾਂ ਤੇ ਆਧਾਰਿਤ ਪੰਥਕ ਸਲਾਹਕਾਰ ਬੋਰਡ ਬਣਾਉਣ ਦਾ ਫੈਸਲਾ ਲਿਆ। ਇਸ ਬੋਰਡ ਦੇ ਵਿੱਚ ਐਸਜੀਪੀਸੀ ਦੇ ਮੌਜੂਦਾ ਤੇ ਸਾਬਕਾ ਪ੍ਰਧਾਨਾਂ ਸਣੇ ਦਿੱਲੀ ਦੇ ਲੀਡਰ ਪਰਮਜੀਤ ਸਿੰਘ ਸਰਨਾ ਵੀ ਸ਼ਾਮਲ ਨੇ ਤੇ ਐਸਜੀਪੀਸੀ ਮੈਂਬਰ ਕਿਰਨਜੋਤ ਕੌਰ ਨੂੰ ਵੀ ਪੰਥਕ ਸਲਾਹਕਾਰ ਬੋਰਡ ਦੇ ਵਿੱਚ ਥਾਂ ਦਿੱਤੀ ਗਈ ਹੈ। ਇਹ ਬੋਰਡ ਪਾਰਟੀ ਨੂੰ ਪੰਥਕ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਦੀ ਰਣਨੀਤੀ ਤੇ ਵਿਚਾਰ ਕਰਨ ਦਾ ਰੋਡ ਮੈਪ ਤਿਆਰ ਕਰਕੇ ਦੇਵੇਗਾ। 21 ਫਰਵਰੀ ਨੂੰ ਕੌਮਾਂਤਰੀ ਭਾਸ਼ਾ ਦਿਵਸ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਇਸ ਨੂੰ ਪੰਜਾਬੀ ਮਹੀਨੇ ਦੇ ਰੂਪ 'ਚ ਮਨਾਇਆ ਜਾਵੇਗਾ। ਇਸ ਲਈ ਮੁੱਖ ਮੰਤਰੀ ਮਾਨ ਦੀ ਸਰਕਾਰ ਨੇ ਪੰਜਾਬ ਦੇ ਸਰਕਾਰੀ ਅਦਾਰੇ, ਦੁਕਾਨਾਂ ਤੇ ਹੋਰ ਪ੍ਰਾਈਵੇਟ ਅਦਾਰਿਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਆਪਣੇ ਸਾਈਨ ਬੋਰਡ 21 ਫਰਵਰੀ ਤੱਕ ਪੰਜਾਬੀ 'ਚ ਲਿਖਵਾ ਲੈਣ। ਉਸ ਤੋਂ ਬਾਅਦ ਜੁਰਮਾਨਾ ਲੱਗੂਗਾ। ਪਰ ਹੁਣ ਕਾਂਗਰਸ ਦੇ ਲੀਡਰ ਸੁਖਪਾਲ ਖਹਿਰਾ ਨੇ ਇਲਜ਼ਾਮ ਲਾਇਆ ਕਿ ਸਰਕਾਰ ਆਪਣੇ ਹੀ ਫੈਸਲੇ ਤੋਂ ਪਿੱਛੇ ਹਟਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦਾ ਦਾਅਵਾ ਕਰਨ ਵਾਲੀ ਮਾਨ ਸਰਕਾਰ ਨੇ PSSSB ਬੋਰਡ ਦੀ ਪ੍ਰੀਖਿਆ ਵਿੱਚ ਪੰਜਾਬੀ ਦਾ ਕੋਈ ਇਮਤਿਹਾਨ ਹੀ ਨਹੀਂ ਰੱਖਿਆ। ਇਹ ਸਾਰੇ ਬਦਲਾਅ ਕਹਿੰਦੇ PSSSB ਦੇ ਨਵੇਂ ਸਿਲੇਬਸ ਤੋਂ ਬਾਅਦ ਕੀਤੇ ਗਏ ਨੇ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਇਸ ਬੋਰਡ ਦੇ ਵੱਲੋਂ ਪੰਜਾਬੀ ਤੇ ਪੰਜਾਬੀਅਤ ਦਾ ਘਾਣ ਕੀਤਾ ਗਿਆ ਹੈ। ਨਵੇਂ ਸਿਲੇਬਸ ਦੇ ਵਿੱਚੋਂ ਜਿਹੜੀਆਂ 2022 ਦੌਰਾਨ ਕੱਢੀਆਂ ਗਈਆਂ ਸਾਰੀਆਂ ਭਰਤੀਆਂ ਨੇ, ਇਹਨਾਂ ਦੇ ਨਵੇਂ ਸਿਲੇਬਸ ਵਿੱਚੋਂ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਸਿਲੇਬਸ ਤੋਂ ਹੀ ਲਾਂਭੇ ਕਰ ਦਿੱਤਾ ਗਿਆ ਹੈ। ਨਾਲ ਖਹਿਰਾ ਨੇ ਸਿਲੇਬਸ ਵੀ ਸਾਂਝਾ ਕੀਤਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਕੁਝ ਹੋਰ ਖਬਰਾਂ ਵਿਸਤਾਰ ਦੇ ਨਾਲ। ਨਿਚਰਵਾਰ ਨੂੰ ਪੰਜਾਬ ਪੁਲਿਸ ਨੇ ਪੂਰੇ ਸੂਬੇ ਦੇ ਵਿੱਚ ਇੱਕੋ ਵਾਰ ਆਪਰੇਸ਼ਨ ਈਗਲ 2 ਮੁਹਿੰਮ ਚਲਾਈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਮਾਜ ਵਿਰੋਧੀ ਅੰਸਰਾਂ ਨੂੰ ਨੱਥ ਪਾਉਣ ਦੇ ਮਕਸਦ ਦੇ ਨਾਲ ਆਪਰੇਸ਼ਨ ਈਗਲ 2 ਦੇ ਤਹਿਤ ਪੂਰੇ ਸੂਬੇ ਦੇ ਵਿੱਚ ਸਾਰੀ ਪੁਲਿਸ ਨੇ ਇੱਕੋ ਵੇਲੇ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਖਾਸ ਚੈਕਿੰਗ ਕੀਤੀ। ਫਰੀਦਕੋਟ ਰੇਂਜ ਦੇ ਆਈਜੀ PK ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਇੱਥੇ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਸੰਵੇਦਨਸ਼ੀਲ ਥਾਵਾਂ ਤੋਂ ਇਲਾਵਾ ਵਾਹਨਾਂ ਦੀ ਚੈਕਿੰਗ ਵੀ ਕੀਤੀ। ਪੰਜਾਬ ਪੁਲਿਸ ਦੇ ਵੱਲੋਂ ਪੂਰੇ ਸੂਬੇ ਦੇ ਵਿੱਚ ਦੂਸਰੀ ਵਾਰੀ ਇਹ ਚੈਕਿੰਗ ਕੀਤੀ ਗਈ ਹੈ, ਜਿਸ ਨੂੰ ਆਪਰੇਸ਼ਨ ਈਗਲ ਦਾ ਨਾਮ ਦਿੱਤਾ ਗਿਆ। ਇਸ ਤੋਂ ਪਹਿਲਾਂ ਇਸ ਮੁਹਿੰਮ ਤਹਿਤ 23 ਦਸੰਬਰ ਨੂੰ ਆਪਰੇਸ਼ਨ ਈਗਲ 1 ਦੇ ਤਹਿਤ ਸੂਬਾ ਭਰ ਦੇ ਵਿੱਚ ਚੈਕਿੰਗ ਕੀਤੀ ਗਈ ਸੀ ਤੇ ਪੁਲਿਸ ਨੇ ਕਿਹਾ ਹੈ ਕਿ ਸੂਬੇ ਦੇ ਵਿੱਚੋਂ ਨਸ਼ਿਆਂ ਤੇ ਗੈਂਗਸਟਰਾਂ ਦਾ ਸਫਾਇਆ ਹੋਣ ਤੱਕ ਅਜਿਹੇ ਅਚਾਨਕ ਆਪਰੇਸ਼ਨ ਜਾਰੀ ਰਹਿਣਗੇ। ਮਾਨਯੋਗ ਡੀਜੀਪੀ ਸਾਹਿਬ ਨੇ ਈਗਲ 2 ਜਿਹੜਾ ਆਪਰੇਸ਼ਨ ਹੈ, ਜਿਸ ਨੂੰ ਆਪੇ ਸ਼ੁਕਲਾ ਸਾਹਿਬ ਸਾਡੇ ਜਿਹੜਾ ਉਹ ਚੰਡੀਗੜ੍ਹ ਤੋਂ ਸੁਪਰਵਾਈਜ਼ ਕਰ ਰਹੇ ਨੇ ਔਰ ਉਹਦੇ ਰਿਗਾਰਡਿੰਗ ਜਿਹੜੇ ਅੱਜ ਈਗਲ 2 ਆਪਰੇਸ਼ਨ ਜਿਹੜਾ ਇੱਥੇ ਚਲਾਇਆ ਜਾ ਰਿਹਾ, ਜਿਸ ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਹੋਰ ਕੋਈ ਥ੍ਰੈਟਨਡ ਪਲੇਸ ਨੇ ਜਿਹੜੇ ਉਹਨਾਂ ਨੂੰ ਬਕਾਇਦਾ ਚੈਕਿੰਗ ਕੀਤੀ ਜਾ ਰਹੀ ਹੈ 11 ਵਜੇ ਤੋਂ ਲੈ ਕੇ 4 ਵਜੇ ਤੱਕ। ਔਰ ਉਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਸੈਂਸਿਟਿਵ ਪੁਆਇੰਟਸ ਆ ਉੱਥੇ ਨਾਕੇ ਲਾਏ ਹੋਏ ਨੇ। ਇਹਦਾ ਮੇਨ ਮੰਤਵ ਜਿਹੜਾ ਆ 26 ਜਨਵਰੀ ਔਰ ਜਿਹੜੀ ਆਮ ਪਬਲਿਕ ਹੈ ਉਹ ਸੁਰੱਖਿਅਤ ਰਹੇ ਔਰ 26 ਜਨਵਰੀ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਬੜੀ ਅਮਨ ਮਾਨ ਨਾਲ ਨਿਕਲ ਜਾਵੇ ਔਰ ਮਾੜੇ ਅਨਸਰਾਂ ਨੂੰ ਜਿਹੜਾ ਆ
ਨੱਥ ਪਾਈ। ਆਪਣੇ ਡੇਰੇ ਦੇ ਵਿੱਚ ਸਾਧਵੀਆਂ ਦੇ ਨਾਲ ਜਬਰ ਜਨਾਹ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਿਹਾ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ 14 ਮਹੀਨਿਆਂ ਦੇ ਵਿੱਚ ਚੌਥੀ ਵਾਰੀ ਫੇਰ ਪੈਰੋਲ ਤੇ ਬਾਹਰ ਆ ਗਿਆ ਹੈ। ਬਲਾਤਕਾਰ ਤੇ ਕਤਲ ਦੇ ਇਸ ਦੋਸ਼ੀ ਨੂੰ ਹਰਿਆਣਾ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪੈਰੋਲ ਦਿੱਤੀ ਗਈ ਹੈ। ਡੇਰਾ ਮੁਖੀ ਨੂੰ ਇਹ ਪੈਰੋਲ ਮਹਿਜ਼ 54 ਦਿਨਾਂ ਬਾਅਦ ਮਿਲ ਗਈ ਹੈ ਤੇ ਵੱਡੀ ਗੱਲ ਹੈ ਕਿ 40 ਦਿਨਾਂ ਦੇ ਲਈ ਫੇਰ ਪੈਰੋਲ ਮਿਲੀ ਹੈ। ਇਸਨੇ ਅਰਜ਼ੀ ਦਿੱਤੀ ਸੀ ਕਿ 25 ਜਨਵਰੀ ਨੂੰ ਡੇਰੇ ਦੇ ਵਿੱਚ ਡੇਰਾ ਸਿਰਸਾ ਦੇ ਵਿੱਚ ਜਿਹੜੇ ਡੇਰੇ ਦੇ ਸਾਬਕਾ ਮੁਖੀ ਨੇ ਮਰਹੂਮ ਮੁਖੀ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਣਾ ਹੈ, ਹਰ ਸਾਲ ਮਨਾਇਆ ਜਾਂਦਾ ਹੈ। ਉਹਦੇ ਵਿੱਚ ਰਾਮ ਰਹੀਮ ਸ਼ਾਮਲ ਹੋਣਾ ਚਾਹੁੰਦਾ ਸੀ ਤੇ ਸਰਕਾਰ ਨੇ ਇਸ ਦੀ ਬੇਨਤੀ ਮੰਨ ਲਈ ਹੈ। ਇੱਕ ਵੱਡੇ ਦੋਸ਼ੀ ਨੂੰ ਜਿਹੜਾ ਹੈਗਾ ਪੈਰੋਲ ਤੇ ਜੇਲੋਂ ਬਾਹਰ ਕੱਢ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਉਸ ਦਾ ਕਾਫਲਾ ਯੂਪੀ ਦੇ ਬਾਗਪਤ ਵਾਲੀ ਰਵਾਨਾ ਹੋਇਆ, ਜਿੱਥੇ ਉਹ ਬਰਨਾਵਾ ਆਸ਼ਰਮ ਦੇ ਵਿੱਚ ਰੁਕੇਗਾ। ਹਾਲਾਂਕਿ ਐਤਕੀ ਰਾਮ ਰਹੀਮ ਨੇ ਡੇਰਾ ਸਿਰਸਾ ਜਾਣ ਦੀ ਇਜਾਜ਼ਤ ਮੰਗੀ ਸੀ, ਉਹ ਤਾਂ ਨਹੀਂ ਮਿਲੀ। ਹੋ ਸਕਦਾ ਉਹਦੀ 40 ਦਿਨਾਂ ਦੇ ਵਿੱਚ ਮਿਲੀ ਹੋਵੇ ਜਾਣ ਦੇ ਲਈ, ਪਰ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਸਾਡੇ ਕੋਲ ਨਹੀਂ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਫਰਵਰੀ 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵੇਲੇ ਅਤੇ ਉਸ ਤੋਂ ਬਾਅਦ ਲੰਘੇ ਅਕਤੂਬਰ ਮਹੀਨੇ ਯਾਨੀ ਕਿ 2022 ਦੇ ਹੀ ਅਕਤੂਬਰ ਮਹੀਨੇ ਦੇ ਵਿੱਚ ਪੈਰੋਲ ਮਿਲੀ ਸੀ ਤੇ ਹੁਣ ਤੱਕ ਰਾਮ ਰਹੀਮ ਨੂੰ 14 ਮਹੀਨਿਆਂ ਦੇ ਵਿੱਚ 91 ਦਿਨਾਂ ਦੀ ਜਿਹੜੀ ਪੈਰੋਲ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਫਰਲੋ ਵੀ ਮਿਲੀ ਸੀ। ਗੁਰਮੀਤ ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ ਮਾਮਲੇ ਦੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ 20 ਸਾਲ ਅਤੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ, ਯਾਨੀ ਕਿ ਦੋਵਾਂ ਮਾਮਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਤੇ ਹਰਿਆਣਾ ਦੀ ਸਰਕਾਰ ਲਗਾਤਾਰ ਮਿਹਰਬਾਨੀਆਂ ਦਿਖਾ ਰਹੀ ਹੈ। ਤੇ ਸੌਦਾ ਸਾਹਿਬ ਦੇ ਪੈਰੋਲ ਤੇ ਬਾਹਰ ਆ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਜਤਾਇਆ ਹੈ। ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦੇਸ਼ ਦੇ ਵਿੱਚ ਸਿੱਖਾਂ ਤੇ ਬਲਾਤਕਾਰੀਆਂ ਦੇ ਲਈ ਕਾਨੂੰਨ ਵੱਖੋ ਵੱਖਰੇ ਨੇ, ਕਿਉਂਕਿ ਇੱਕ ਕਾਤਲ ਤੇ ਬਲਾਤਕਾਰੀ ਨੂੰ ਤਾਂ ਹਰ 1.5 ਮਹੀਨੇ ਬਾਅਦ ਪੈਰੋਲ ਮਿਲ ਜਾਂਦੀ ਹੈ, ਪਰ ਪੰਜਾਬ ਦੀਆਂ ਜੇਲ੍ਹਾਂ ਤੇ ਪੂਰੇ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਸਰਕਾਰ ਰਿਹਾ ਨਹੀਂ ਕਰ ਰਹੀ, ਜਦਕਿ ਉਹਨਾਂ ਦਾ ਵੀ ਜੇਲ੍ਹ ਦੇ ਵਿੱਚ ਰਿਕਾਰਡ ਬਹੁਤ ਚੰਗਾ ਹੈ। ਕਿਉਂਕਿ ਹਰਿਆਣੇ ਦੀ ਜਿਹੜੀ ਸਰਕਾਰ ਹੈ, ਜੇਲ੍ਹ ਪ੍ਰਸ਼ਾਸਨ ਹੈ, ਉੱਥੋਂ ਦੇ ਅਧਿਕਾਰੀ ਨੇ ਉਹ ਇਹ ਕਹਿ ਕੇ ਹੀ ਪੈਰੋਲ ਮਨਜ਼ੂਰ ਕਰਦੇ ਨੇ ਕਿ ਇਸ ਦਾ ਜੇਲ੍ਹ ਦੇ ਵਿੱਚ ਵਿਵਹਾਰ ਬਹੁਤ ਚੰਗਾ ਹੈ ਤੇ ਬਹੁਤ ਸਾਰੇ ਬੰਦੀ ਸਿੰਘ ਅਜਿਹੇ ਨੇ ਜਿਨ੍ਹਾਂ ਦੇ ਵਿਵਹਾਰ ਜੇਲ੍ਹ ਦੇ ਵਿੱਚ ਬਹੁਤ ਚੰਗੇ ਨੇ। ਉਹਨਾਂ ਦੀਆਂ ਰਿਪੋਰਟਾਂ ਮੂੰਹੋਂ ਬੋਲਦੀਆਂ ਨੇ। ਪ੍ਰਤਾਪ ਸਿੰਘ ਨੇ ਕਿਹਾ ਕਿ ਰਾਮ ਰਹੀਮ ਦੇ ਬਾਹਰ ਆਉਣ ਨਾਲ ਪੰਜਾਬ ਦੇ ਮਾਹੌਲ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਹਰ ਵਾਰੀ ਜਦੋਂ ਆਉਂਦਾ ਤਾਂ ਤਣਾਅ ਪੈਦਾ ਹੋ ਜਾਂਦਾ ਹੈ, ਕਿਉਂਕਿ ਬਾਹਰ ਆ ਕੇ ਸੌਦਾ ਸਾਧ ਜਾਣਬੁੱਝ ਕੇ ਅਜਿਹੀਆਂ ਹਰਕਤਾਂ ਕਰਦਾ ਹੈ ਜਿਸ ਨਾਲ ਡੇਰਾ ਪ੍ਰੇਮੀਆਂ ਤੇ ਸਿੱਖਾਂ ਦੇ ਵਿੱਚ ਪਾੜਾ ਵਧਣ ਦੇ ਜਿਹੜੇ ਹਾਲਾਤ ਬਣ ਜਾਂਦੇ ਨੇ। ਉਹਨਾਂ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੰਦੀ ਸਿੰਘ ਜਿਹੜੇ ਕਿ ਪਹਿਲਾਂ ਹੀ ਇੰਨੀਆਂ ਸਜ਼ਾਵਾਂ ਭੁਗਤ ਚੁੱਕੇ ਨੇ, ਆਪਣੀ ਸਜ਼ਾ ਤੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਨੇ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਰਾਮ ਰਹੀਮ ਨੂੰ ਮੁੜ ਜੇਲ੍ਹ ਭੇਜਿਆ ਜਾਵੇ। ਜਿਹੜੇ ਅਜੇ ਬਲਾਤਕਾਰੀ ਨੇ, ਜਿਹੜੇ ਕਾਤਲ ਨੇ, ਉਹਨਾਂ ਨੂੰ ਹਰ ਇਹ ਜਿਹੜੀ ਬੀਜੇਪੀ ਸਰਕਾਰ ਜਾਂ ਸਟੇਟ ਦੀ ਹਰਿਆਣਾ ਸਟੇਟ ਦੀ ਸਰਕਾਰ ਆ, ਉਹਨੂੰ ਹਰ 1.5-2 ਮਹੀਨੇ ਬਾਅਦ ਉਹਨੂੰ ਬਾਹਰ ਕੱਢ ਕੇ ਜੇਲ੍ਹ ਤੋਂ ਬਾਹਰ ਲਿਆ ਕੇ, ਪਤਾ ਨਹੀਂ ਕੀ ਮਜਬੂਰੀ ਆ ਸਰਕਾਰ ਦੀ ਕਿ ਉਹਨੂੰ ਬਾਹਰ ਲਿਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਜੇ ਰਾਮ ਰਹੀਮ ਬਾਹਰ ਆਉਂਦਾ ਹੈ ਤੇ ਇਹਦੇ ਨਾਲ ਪੰਜਾਬ ਦਾ ਮਾਹੌਲ ਜ਼ਰੂਰ ਖਰਾਬ ਹੋਏਗਾ, ਕਿਉਂਕਿ ਇਹ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏਗਾ ਜਿਹਦੇ ਨਾਲ ਸਿੱਖਾਂ 'ਚ ਤੇ ਡੇਰਾ ਪ੍ਰੇਮੀਆਂ 'ਚ ਪਾੜਾ ਨਾ ਵਧੇ। ਇਹਨੇ ਅਜਿਹੀਆਂ ਹਰਕਤਾਂ ਕਰਨੀਆਂ ਨੇ ਜਿਨ੍ਹਾਂ ਨਾਲ ਇਹਨਾਂ ਦੋਵਾਂ ਫਿਰਕਿਆਂ 'ਚ ਪਾੜਾ ਵਧੇਗਾ, ਤਾਂ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਏਗਾ। ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨੂੰ ਜੇਲ੍ਹ ਤੋਂ ਬਾਰ-ਬਾਰ ਰਿਹਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ। ਐਸਜੀਪੀਸੀ ਦੇ ਜਨਰਲ ਸਕੱਤਰ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਦੇ ਤਹਿਤ ਜੇਲ੍ਹ 'ਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰੀ ਫਿਰ 40 ਦਿਨਾਂ ਦੀ ਪੈਰੋਲ ਦੇਣਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ, ਕਿਉਂਕਿ ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਵੀ ਸਿੱਖ ਬੰਦੀਆਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਡੇਰਾ ਮੁਖੀ ਨੂੰ ਪਿਛਲੇ 1 ਸਾਲ 'ਚ ਚੌਥੀ ਵਾਰੀ ਪੈਰੋਲ ਮਿਲ ਰਹੀ ਹੈ, ਜਦਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 27 ਸਾਲਾਂ ਦੇ ਵਿੱਚ ਸਿਰਫ 1 ਘੰਟੇ ਦੀ ਪੈਰੋਲ ਮਿਲੀ ਸੀ, ਜਦੋਂ ਉਹਨਾਂ ਦੇ ਪਿਤਾ ਇਸ ਦੁਨੀਆ ਤੋਂ ਕੂਚ ਕਰ ਗਏ ਸਨ ਤੇ ਭੋਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਉਹਨਾਂ ਨੂੰ ਘੰਟੇ ਦੀ ਪੈਰੋਲ ਮਿਲੀ ਸੀ। ਸੋ ਤੱਥ ਸਭ ਦੇ ਸਾਹਮਣੇ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਅਰਜ਼ੀ ਦੇਣ ਦੇ ਨਾਲ ਹੀ ਪੈਰੋਲ ਮਿਲ ਜਾਂਦੀ ਹੈ, ਪਰ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੇ ਲਈ ਸਿੱਖ ਕੌਮ ਨੂੰ ਪਤਾ ਨਹੀਂ ਕਿੰਨੇ ਕੁ ਵਾਰੀ ਧਰਨੇ ਲਾਉਣੇ ਪਏ ਨੇ ਤੇ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਸਿੰਘਾਂ ਦਾ ਮੋਰਚਾ ਇਸੇ ਮੰਗ ਨੂੰ ਲੈ ਕੇ ਫਿਰ ਤੋਂ ਚੱਲ ਰਿਹਾ ਤੇ ਭਖਿਆ ਹੋਇਆ। ਰਿਹਾ ਕਰਕੇ ਸਾਲ ਚੌਥੀ ਵਾਰ ਰਿਹਾ ਕਰਕੇ ਕੀ ਕਰਨਾ ਚਾਹੁੰਦੇ ਨੇ? ਪਿਛਲੇ ਦਿਨੀ ਜਿਹੜੀਆਂ ਚੋਣਾਂ ਹੋਈਆਂ ਸੀ ਹਰਿਆਣਾ ਜਾਂ ਹੋਰ ਥਾਂ ਦੇ ਉੱਤੇ, ਉਦੋਂ ਵੀ ਉਹਨੂੰ ਰਿਹਾ ਕੀਤਾ ਗਿਆ। ਉਹਨਾਂ ਚੋਣਾਂ ਵਿੱਚ ਬੀਜੇਪੀ ਨੂੰ ਸ਼ਿਕਸਤ ਦਾ ਮੂੰਹ ਵੀ ਦੇਖਣਾ ਪਿਆ। ਸੋ ਇਹ ਜਿਹੜੀ ਬੀਜੇਪੀ ਆ,
ਕੀ ਹੁਣ ਇੰਨਾ ਕੁ ਆਧਾਰ ਗਵਾ ਚੁੱਕੀ ਹੈ ਕਿ ਉਹ ਸੌਦਾ ਸਾਧ ਦੇ ਪ੍ਰਭਾਵ ਦੇ ਨਾਲ ਇਹ ਚੋਣਾਂ ਜਿੱਤਣਾ ਚਾਹੁੰਦੀ ਹੈ, ਦੇਸ਼ 'ਤੇ ਰਾਜ ਕਰਨਾ ਚਾਹੁੰਦੀ ਹੈ। ਬੜੀ ਸ਼ਰਮਨਾਕ ਗੱਲ ਹੈ। ਅਸੀਂ ਤਾਂ ਬਹੁਤ ਦੇਰ ਦਾ ਪਹਿਲਾਂ ਹੀ ਇਹ ਗੱਲ ਕਰ ਰਹੇ ਹਾਂ ਕਿ ਦੇਸ਼ ਦੇ ਅੰਦਰ ਕਾਨੂੰਨ ਸਿੱਖਾਂ ਲਈ ਵੱਖਰਾ ਹੈ। ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ, ਬਲਵੰਤ ਸਿੰਘ ਰਾਜੋਆਣਾ ਨੂੰ 1 ਘੰਟੇ ਦੀ ਪਰੋਲ ਮਿਲੀ ਅੱਜ ਤੱਕ 27 ਸਾਲ ਦੇ ਵਿੱਚ 1 ਘੰਟੇ ਦੀ ਪਰੋਲ ਉਹ ਵੀ ਆਪਣੇ ਪਿਤਾ ਦੇ ਭੋਗ ਤੇ ਸੰਸਕਾਰ ਤੇ ਵੀ ਨਹੀਂ ਸੀ ਮਿਲੀ। ਸੋ ਇਹ ਜਿਹੜਾ ਕਾਨੂੰਨ ਹੈ ਇਹ ਮੂੰਹ ਚੜਾ ਰਿਹਾ ਸਿੱਖਾਂ ਨੂੰ ਕਿ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਵੱਖਰਾ। ਜੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਐਤਕੀ ਫਿਰ ਡੇਰਾ ਸਾਧ ਦੀ ਰਿਹਾਈ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਤਿੱਖੇ ਸਵਾਲ ਦਾਗਦਿਆਂ ਮਾਲੀਵਾਲ ਨੇ ਪੁੱਛਿਆ ਟਵਿੱਟਰ ਤੇ ਕਿ ਇਹ ਬਲਾਤਕਾਰੀ ਕਾਤਲ ਨੂੰ ਰਿਹਾ ਕੀਤਾ ਜਾ ਰਿਹਾ ਹੈ ਜਾਂ ਫਿਰ ਆਪਣੇ ਜਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਦੀ ਸੁਰੱਖਿਆ ਤੇ ਕਿੰਨੇ ਕਰੋੜ ਰੁਪਏ ਖਰਚ ਹੋਏ ਨੇ, ਉਸ ਨੂੰ ਜੇਲ੍ਹ ਦੇ ਵਿੱਚ ਕਿਹੜੀਆਂ ਸਹੂਲਤਾਂ ਮਿਲਦੀਆਂ ਨੇ, ਸਰਕਾਰ ਦੇ ਵਿੱਚ ਕਿਹੜਾ ਮੰਤਰੀ ਉਸ ਦਾ ਸ਼ਰਧਾਲੂ ਹੈ। ਆਪਣੇ ਟਵੀਟ ਦੇ ਵਿੱਚ ਚੇਅਰਪਰਸਨ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਡੇਰਾ ਸਾਧ ਨੂੰ ਭਾਰੀ ਸੁਰੱਖਿਆ ਹੇਠ ਉਸਦੇ ਬਾਗਪਤ ਆਸ਼ਰਮ ਦੇ ਵਿੱਚ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਵਾਤੀ ਮਾਲੀਵਾਲ ਨੇ ਕਈ ਟਵੀਟ ਕੀਤੇ ਸਨ ਜਿਸ ਵਿੱਚ ਤੰਜ ਕੱਸਦਿਆਂ ਕਿਹਾ ਸੀ ਕਿ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੁਣ ਪਾਰ ਹੋ ਚੁੱਕੀਆਂ ਨੇ। ਬਲਾਤਕਾਰੀ ਰਾਮ ਰਹੀਮ ਨੂੰ ਇੱਕ ਵਾਰੀ ਫਿਰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ, ਯਾਨੀ ਕਿ 40 ਦਿਨਾਂ ਦੇ ਲਈ ਉਸ ਨੂੰ ਫਿਰ ਖੁੱਲਾ ਛੱਡ ਦਿੱਤਾ ਗਿਆ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਆਪਣੀਆਂ ਧੀਆਂ ਨੂੰ ਬਚਾਉਣ ਦੀ ਅਪੀਲ ਵੀ ਕੀਤੀ ਹੈ ਕਿਉਂਕਿ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਸੌਦਾ ਸਾਧ ਵਰਗੇ ਬਲਾਤਕਾਰੀ ਆਜ਼ਾਦ ਘੁੰਮ ਰਹੇ ਨੇ, ਇਸ ਕਰਕੇ ਇਹਨਾਂ ਤੋਂ ਆਪਣੀਆਂ ਧੀਆਂ ਨੂੰ ਬਚਾ ਕੇ ਰੱਖਿਓ। ਤੇ ਇੱਕ ਪਾਸੇ ਜਿੱਥੇ ਸੌਦਾ ਸਾਧ ਨੂੰ ਮਿਲੀ ਪੈਰੋਲ ਦੀ ਤਿੱਖੀ ਆਲੋਚਨਾ ਹੋ ਰਹੀ ਹੈ ਤਾਂ ਦੂਸਰੇ ਪਾਸੇ ਬੀਜੇਪੀ ਦੇ ਲੀਡਰ ਇਸ ਪੈਰੋਲ ਨੂੰ ਡਿਫੈਂਡ ਕਰ ਰਹੇ ਨੇ, ਜਸਟੀਫਾਈ ਕਰ ਰਹੇ ਨੇ। ਪੰਜਾਬ ਤੋਂ ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਡੇਰਾ ਸਾਧ ਨੂੰ ਮਿਲੀ ਪੈਰੋਲ ਨੂੰ ਜਾਇਜ਼ ਤੇ ਕਾਨੂੰਨਾਂ ਦੇ ਅਧੀਨ ਹੋਈ ਕਾਰਵਾਈ ਦੱਸਿਆ ਹੈ। ਕਿਹਾ ਕਿ ਇਸ ਤੇ ਇਤਰਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਕੁਝ ਲੋਕ ਇਸ ਨੂੰ ਲੈ ਕੇ ਅਦਾਲਤ ਵੀ ਗਏ ਸਨ ਪਰ ਉਹਨਾਂ ਨੂੰ ਵੀ ਖਾਲੀ ਹੱਥ ਮੁੜਨਾ ਪਿਆ। ਸਾਰਾ ਕੁਝ ਕਾਨੂੰਨ ਦੇ ਦਾਇਰੇ ਦੇ ਵਿੱਚ ਹੋਇਆ। ਕਹਿੰਦੇ ਜੇ ਰਾਮ ਰਹੀਮ ਦੇ ਬਾਹਰ ਆਉਣ ਨਾਲ ਕਿਸੇ ਵੀ ਕਿਸਮ ਦਾ ਖਤਰਾ ਉਤਪੰਨ ਨਹੀਂ ਹੁੰਦਾ ਤਾਂ ਉਸ ਨੂੰ ਪੈਰੋਲ ਦੇਣ ਤੇ ਕੀ ਤਕਲੀਫ ਹੈ। ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਪਿਛਲੀ ਵਾਰੀ ਪੈਰੋਲ ਤੇ ਬਾਹਰ ਆਇਆ ਸੀ 40 ਦਿਨਾਂ ਦੀ ਛੁੱਟੀ ਉਦੋਂ ਮਿਲੀ ਸੀ ਜੇਲ੍ਹ ਦੇ ਵਿੱਚੋਂ, ਉਦੋਂ ਇਸਨੇ ਆਨਲਾਈਨ ਸਤਸੰਗ ਵੀ ਕੀਤੇ ਸਨ ਅਤੇ ਬੀਜੇਪੀ ਦੇ ਕਈ ਲੀਡਰ ਇਸ ਦੇ ਪੈਰਾਂ ਦੇ ਵਿੱਚ ਜਾ ਕੇ ਬੈਠੇ ਸਨ, ਮੱਥਾ ਟੇਕਿਆ ਸੀ ਤੇ ਇਸਨੇ ਆਪਣੇ 3 ਗਾਣੇ ਵੀ ਰਿਲੀਜ਼ ਕੀਤੇ ਸਨ। ਯਾਨੀ ਕਿ ਜਿਹੜੀ ਪਹਿਲਾਂ ਇਹ ਜ਼ਿੰਦਗੀ ਜਿਉਂਦਾ ਸੀ ਉਸੇ ਜ਼ਿੰਦਗੀ ਨੂੰ ਇਹ 40 ਦਿਨਾਂ ਦੇ ਵਿੱਚ ਪੂਰਾ ਮਾਣ ਕੇ ਗਿਆ। ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਉੱਚ ਦਰਜੇ ਦੀ ਬਣਾਉਣ ਦਾ ਦਾਅਵਾ ਕੀਤਾ ਸੀ, ਭਰੋਸਾ ਦਿੱਤਾ ਸੀ ਤੇ ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਚਰਵਾਰ ਨੂੰ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। 9ਵੀਂ ਤੋਂ ਲੈ ਕੇ 12ਵੀਂ ਤੱਕ ਬੱਚਿਆਂ ਦੇ ਲਈ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਉਦਘਾਟਨ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਦੇ ਵਿੱਚ ਕੀਤਾ ਗਿਆ ਜਿਸ ਦੇ ਪਹਿਲੇ ਪੜਾਅ ਦੇ ਵਿੱਚ 117 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੇ ਵਿੱਚ ਅੱਜ ਦੇ ਦਿਨ ਨੂੰ ਇਤਿਹਾਸਿਕ ਦੱਸਦਿਆਂ ਐਲਾਨ ਵੀ ਕੀਤਾ ਕਿ ਸ਼ੁਰੂ ਹੋਣ ਵਾਲੇ ਸਾਰੇ 117 ਐਮੀਨੈਂਸ ਸਕੂਲਾਂ ਦੇ ਨਾਮ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਮ ਤੇ ਰੱਖੇ ਜਾਣਗੇ ਤੇ ਉਹਨਾਂ ਦਾਅਵਾ ਕੀਤਾ ਕਿ ਸਾਡੀ ਸਰਕਾਰ ਸੂਬੇ ਦੇ ਸਕੂਲਾਂ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਵੇਗੀ। ਹਾਲਾਂਕਿ ਸੀਐਮ ਨੇ ਐਮੀਨੈਂਸ ਸਕੂਲਾਂ ਦੀ ਸਕੀਮ ਦਿੱਲੀ ਤੋਂ ਸੇਧ ਲੈ ਕੇ ਚਾਲੂ ਕਰਨ ਦਾ ਵੀ ਦਾਅਵਾ ਕੀਤਾ। ਉਹ ਫਰਾਂਸ ਇੰਨੇ ਮੁਸ਼ਕਲ ਹਾਲਾਤਾਂ 'ਚ ਜਿੱਥੇ ਦੀ ਲੈਂਗੁਏਜ ਸਾਨੂੰ ਸਮਝ ਨਹੀਂ ਆਉਂਦੀ ਫ੍ਰੈਂਚ ਵਗੈਰਾ, ਉੱਥੇ ਜਾ ਕੇ ਝੰਡੇ ਕੱਢੇ ਹੋਏ ਇਸ ਤਾਂ ਸਿਰਫ ਆਈਡੀਆ ਨਾਲ। ਸੋ ਅਸੀਂ ਮਿਹਨਤੀ ਕੌਮ ਹੈ, ਜਰਖੇਜ਼ ਧਰਤੀ ਹੈ, ਸ਼ਹੀਦਾਂ ਗੁਰੂਆਂ ਪੀਰਾਂ ਦਾ ਆਸ਼ੀਰਵਾਦ ਹੈ ਤੇ ਜਿਹੜੇ ਸਕੂਲ ਨੇ 117 ਇਹਨਾਂ ਦੇ ਨਾਮ ਵੀ ਜਿਹੜੇ ਨੇ ਉਹ ਸ਼ਹੀਦਾਂ ਤੇ ਫਰੀडम ਫਾਈਟਰਾਂ ਦੇ ਨਾਮ ਤੇ ਰੱਖੇ ਜਾਣਗੇ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਕੌਣ ਸੀ ਉਹ ਜਿਨ੍ਹਾਂ ਕਰਕੇ ਆਪਾਂ ਆਜ਼ਾਦ ਫਿਜ਼ਾ 'ਚ ਸਾਹ ਲੈਂਦੇ ਹਾਂ, ਜਿਨ੍ਹਾਂ ਕਰਕੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ ਫਿਰਦੇ ਹਾਂ, ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਮਾਨ ਨੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦਾ ਦਾਅਵਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਇੱਕੋ ਜਿਹੀ ਹੋਵੇਗੀ, ਸਿੱਖਿਆ ਦੇ ਢੰਗ ਵੀ ਬਦਲੇ ਜਾਣਗੇ ਤੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਲੋਕ ਇਹਨਾਂ ਸਕੂਲਾਂ ਨੂੰ ਦੇਖਣ ਲਈ ਬਾਹਰੋਂ ਆਇਆ ਕਰਨਗੇ। ਅੱਜ ਦੇ ਇਸ ਜ਼ਮਾਨੇ 'ਚ ਸਕੂਲ ਆਫ ਐਮੀਨੈਂਸ ਇਹ 21 ਜਨਵਰੀ ਹੈ ਤੇ ਕੰਮ 21ਵੀਂ ਸਦੀ ਦਾ ਹੈ, ਕੰਮ ਇਹ 22ਵੀਂ ਸਦੀ ਦਾ ਹੈ। ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਉਮੀਦ ਕਰਦਾ ਕਿ ਜਦੋਂ ਸਕੂਲ ਆਫ ਐਮੀਨੈਂਸ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਤਾਂ ਫਿਰ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਉਹ ਆਪਣੇ ਕੋਲੇ ਪੁੱਛਣ ਆਉਣਗੀਆਂ। ਜਿਵੇਂ ਦਿੱਲੀ ਜਾਂਦੇ ਆ ਤਾਂ ਲੋਕ ਦਿੱਲੀ ਦੇਖਣ ਜਾਂਦੇ ਆ ਸਕੂਲਾਂ ਨੂੰ, ਫੋਰਨ ਤੋਂ ਵੀ ਆਉਂਦੇ ਉਹ ਦਿੱਲੀ ਦੇ ਸਕੂਲ ਦੇਖਣਾ ਚਾਹੁੰਦੇ ਨੇ। ਇਸੇ ਤਰ੍ਹਾਂ ਫਿਰ ਆਪਾਂ ਉਹਨਾਂ ਨੂੰ ਬੜੇ ਮਾਣ ਨਾਲ ਪੰਜਾਬ ਦੇ ਸਕੂਲ ਦਿਖਾਈਏ। ਜਿਸ ਤਰ੍ਹਾਂ ਬੱਚੇ ਅੱਜ ਹਰੇਕ ਸਕੂਲ ਦੇ ਅਲੱਗ-ਅਲੱਗ ਸਕੂਲਾਂ ਤੋਂ, ਕੋਈ ਪੇਂਟਿੰਗ ਦੇ ਵਿੱਚ ਸੀਗਾ,
ਕਿਸੇ ਨੇ ਰੋਬੋਟ ਬਣਾਇਆ ਕਲਰ ਕੋਡਿੰਗ ਵਾਲਾ, ਕਿਸੇ ਨੇ ਆਰਗੈਨਿਕ ਸਪਰੇਅ ਬਣਾਈ, ਕਿਸੇ ਨੇ ਦੁੱਧ ਵਗੈਰਾ ਜਾਂ ਜਿਹੜੀ ਹਲਦੀ ਆ ਜੀ ਮਿਲਾਵਟੀ ਚੀਜ਼ਾਂ ਉਹਨਾਂ ਨੂੰ ਚੈੱਕ ਕਰਨ ਵਾਲਾ ਉਹ ਜਿਹੜਾ ਉਹ ਸੋਲੂਸ਼ਨ ਉਹਦਾ ਕੱਢਿਆ ਕਿ ਆਪ ਬਣਾ ਸਕਦੇ ਹਾਂ। ਸੋ ਇਹ ਬਹੁਤ ਵਧੀਆ ਗੱਲ ਹੈ। ਵਿਰੋਧੀਆਂ ਤੇ ਵਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਸੱਤਾ ਖੁੱਸਣ ਕਰਕੇ ਇਹ ਸਾਰੇ ਇੰਨੇ ਬੁਖਲਾ ਚੁੱਕੇ ਨੇ ਕਿ ਹਰ ਵੇਲੇ ਮੈਨੂੰ ਹੀ ਕੋਸਦੇ ਰਹਿੰਦੇ ਨੇ, ਨਿੰਦਦੇ ਰਹਿੰਦੇ ਨੇ। ਬਹੁਤ ਪਰੇਸ਼ਾਨ ਸੀ ਯਾਰ, ਹਰ ਗੱਲ ਕਿਸੇ ਤਾਰੀਫ ਨਹੀਂ ਕਰਦਾ। ਇੱਕ ਵਾਰੀ ਉਹਨਾਂ ਦੋਸਤਾਂ ਨੂੰ ਕੀ ਹੋਇਆ, ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਤੇ ਤੁਰਦਾ ਸੀ। ਕਹਿੰਦੇ ਲੈ ਇਹ ਚੋਂ ਨਹੀਂ ਕੱਢ ਸਕਦਾ ਇਹ, ਉਹਨੂੰ ਕਹਿੰਦੇ ਆ ਜਾਵੇ, ਲਿਆਂਦਾ ਟੋਬੇ ਦੇ ਵਿੱਚ ਕੁੱਤਾ ਛੱਡਤਾ, ਇੱਧਰੋਂ ਕੁੱਤਾ ਤੁਰ ਕੇ ਪਾਣੀ ਦੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ। ਕਹਿੰਦੇ ਦੱਸ ਵੀ ਇਹਦੇ ਬਾਰੇ ਹੁਣ ਕੀ ਕਹੇਗਾ? ਕਹਿੰਦਾ ਮੈਂ ਸਮਝ ਗਿਆ, ਇਹ ਤਾਂ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ, ਮਤਲਬ ਉਹਨੇ ਨੰਨਾ ਪਾਉਣਾ ਹੀ ਪਾਉਣਾ ਹੈ, ਮਤਲਬ ਇਹ ਉਹੀ ਨੇ। ਸੋ ਉਹਨਾਂ ਦੀ ਪਰਵਾਹ ਨਾ ਕਰਿਆ ਕਰੋ, ਦੁਨੀਆ ਤਰੱਕੀ ਕਰੋ। ਬਾਜ ਓਨਾ ਹੀ ਉੱਚਾ ਉੱਡਦਾ ਹੁੰਦਾ ਜਿੰਨੀ ਹਵਾ ਉਹਦੇ ਵਿਰੁੱਧ ਹੋਵੇ। ਸੋ ਬਾਜ ਬਣੋ ਤੇ ਉਡਾਰੀਆਂ ਮਾਰੋ। ਬਹੁਤ ਇਸ ਮੌਕੇ ਸੀਐਮ ਨੇ ਧੀਆਂ ਦੀ ਗੱਲ ਖਾਸ ਤੌਰ ਤੇ ਕੀਤੀ ਅਤੇ ਖਾਸ ਅੰਦਾਜ਼ ਦੇ ਵਿੱਚ ਕੀਤੀ। ਧੀਆਂ ਨੂੰ ਚੰਗੇ ਮੌਕੇ ਦੇਣ ਦਾ ਸੁਨੇਹਾ ਦਿੱਤਾ। ਜੇ ਕੋਈ ਲਾਇਕ ਬੱਚੀ ਕੁਝ ਕਰਨਾ ਚਾਹੁੰਦੀ ਹੈ ਜ਼ਿੰਦਗੀ ਵਿੱਚ, ਉਸ ਨੂੰ ਕਰਨ ਦੇਣਾ ਚਾਹੀਦਾ ਹੈ, ਨਾ ਕਿ ਉਸਦੇ ਰਾਹ ਦਾ ਰੋੜਾ ਬਣਨਾ ਚਾਹੀਦਾ। ਇਸ ਮੌਕੇ ਸੀਐਮ ਮਾਨ ਨੇ ਇੱਕ ਕਵਿਤਾ ਧੀਆਂ ਦੇ ਲਈ ਪੇਸ਼ ਕੀਤੀ, ਉਹ ਤੁਹਾਨੂੰ ਸੁਣਾਉਂਦੇ ਹਾਂ। ਮੈਨੂੰ ਮੁੰਡੇ ਅੱਗੇ ਨੀਵੀਂ ਪਾ ਕੇ ਬਹਿਣ ਨੂੰ ਕਿਹਾ ਗਿਆ, ਸਿਰਫ ਤੇ ਸਿਰਫ ਹਾਂ ਕਹਿਣ ਨੂੰ ਕਿਹਾ ਗਿਆ। ਜਦੋਂ ਉਹਨੇ ਕੁੜੀ ਦੇਖਣ ਆਉਂਦੇ, ਮੁੰਡੇ ਕੋਲ ਤਾਂ ਹਾਂ ਤੇ ਨਾ ਹੈ, ਕੁੜੀ ਕੋਲ ਇਕੱਲੀ ਹਾਂ ਹੈ। ਜੇ ਉਹਨਾਂ ਨੇ ਹਾਂ ਕਰਤੀ ਹਾਂ ਹੈ, ਕੀ ਗੱਲ ਵੀ ਇੱਧਰੋਂ ਨਾ ਕਿਉਂ ਨਹੀਂ ਹੈਗੀ? ਮੈਨੂੰ ਮੁੰਡੇ ਅੱਗੇ ਨੀਵੀਂ ਪਾ ਕੇ ਬਹਿਣ ਨੂੰ ਕਿਹਾ ਗਿਆ, ਸਿਰਫ ਤੇ ਸਿਰਫ ਹਾਂ ਕਹਿਣ ਨੂੰ ਕਿਹਾ ਗਿਆ। ਇੱਛਾਵਾਂ ਤੇ ਚੱਲਦੀਆਂ ਨੇ ਰਿਵਾਜਾਂ ਦੀਆਂ ਰੰਦੀਆਂ, ਦੂਜੇ ਘਰ ਜਾ ਕੇ ਵੀ ਉਹੀ ਪਾਬੰਦੀਆਂ। ਇੱਛਾਵਾਂ ਤੇ ਚੱਲਦੀਆਂ ਨੇ ਰਿਵਾਜਾਂ ਦੀਆਂ ਰੰਦੀਆਂ, ਦੂਜੇ ਘਰ ਜਾ ਕੇ ਵੀ ਉਹੀ ਪਾਬੰਦੀਆਂ। ਵੱਧ ਰਹੀਆਂ ਨੇ ਹੁਣ ਲਾਲਚ ਦੀਆਂ ਛੱਲਾਂ, ਮੈਨੂੰ ਵਾਪਸ ਪੇਕੇ ਭੇਜਣ ਦੀਆਂ ਚੱਲਦੀਆਂ ਨੇ ਗੱਲਾਂ। ਵੀ ਦੱਸੋ ਵੇ ਰੀਤੀ ਰਿਵਾਜੋ ਹੁਣ ਕਿਹੜਾ ਦਰ ਮੱਲਾਂ? ਜਾਂ ਤਾਂ ਮੈਨੂੰ ਜੰਮਦੇ ਨਾ, ਜਾਂ ਜਿਉਣ ਦਾ ਮਾਹੌਲ ਦਿੰਦੇ, ਜਾਂ ਫਿਰ ਦਾਜ ਵਿੱਚ ਬੰਦੂਕ ਪਿਸਤੌਲ ਦਿੰਦੇ। ਅੰਬਰੀ ਉੱਡਦੀਆਂ ਕੂੰਜਾਂ ਨੂੰ ਵੀ, ਅੰਬਰੀ ਉੱਡਦੀਆਂ ਕੂੰਜਾਂ ਨੂੰ ਵੀ ਆਪਣੀ ਮਰਜ਼ੀ ਦੀਆਂ ਛਤਰੀਆਂ ਤੇ ਤਾਰਿਆ ਗਿਆ। ਨਾ ਤਾਂ ਮੈਨੂੰ ਜੰਮਣ ਤੋਂ ਪਹਿਲਾਂ ਮਾਰਿਆ ਗਿਆ, ਨਾ ਹੀ ਮੇਰੇ ਜੰਮਣ ਦਾ ਦੁੱਖ ਹੀ ਸਾਰਿਆ ਗਿਆ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਉਹਨਾਂ ਨੂੰ ਸੌਂਪਣ ਦੇ ਲਈ ਮੁੱਖ ਮੰਤਰੀ ਦਾ ਸਭ ਤੋਂ ਪਹਿਲਾਂ ਧੰਨਵਾਦ ਕੀਤਾ ਤੇ ਫਿਰ ਪਿਛਲੀਆਂ ਸਰਕਾਰਾਂ ਦੇ ਵਰਦਿਆਂ ਕਿਹਾ ਕਿ ਉਸ ਵੇਲੇ ਸਿੱਖਿਆ ਦੀ ਹਾਲਤ ਬਹੁਤ ਮਾੜੀ ਸੀ ਤੇ ਇਸ ਵਿਭਾਗ ਨੂੰ ਧਰਨਿਆਂ ਦਾ ਵਿਭਾਗ ਮੰਨਿਆ ਜਾਂਦਾ ਸੀ। ਪੰਜਾਬ ਦੇ ਸਿਰ ਭਾਰੀ ਕਰਜ਼ਾ ਸੀ, ਪਰ ਇਸ ਦੇ ਬਾਵਜੂਦ ਸਕੂਲਾਂ ਦੇ ਵਿੱਚ ਹਾਲਾਤ ਖਰਾਬ ਨੇ ਤੇ ਲਗਭਗ 25,000 ਅਧਿਆਪਕਾਂ ਦੀ ਇੱਥੇ ਘਾਟ ਸੀ। ਪਰ ਕਹਿੰਦੇ ਸਾਡੀ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਹਮੇਸ਼ਾ ਅੱਗੇ ਰੱਖਿਆ ਅਤੇ ਅੱਗੇ ਹੀ ਰੱਖਾਂਗੇ। ਸਕੂਲਾਂ ਦੀ ਹਾਲਤ ਸੁਧਾਰਨ ਦੀ ਅਸੀਂ ਸੋਚੀ ਹੈ ਤੇ ਸੁਧਾਰ ਵੀ ਰਹੇ ਹਾਂ। ਅੱਜ ਵੀ ਪੰਜਾਬ ਦੇ ਉਹ ਸਕੂਲ ਮੈਨੂੰ ਉਂਗਲਾਂ ਤੇ ਮੈਂ ਗਿਣ ਸਕਦਾ ਜਿੱਥੇ ਬੱਚੇ ਥੱਲੇ ਬੈਠਦੇ ਨੇ, ਬਾਥਰੂਮ ਹੈ ਨਹੀਂ। ਮੈਂ ਇੱਕ ਸਕੂਲ ਦੇ ਵਿੱਚ ਗਿਆ ਜੀ, ਬੱਚਿਆਂ ਦਾ ਬਾਥਰੂਮ ਬਣਿਆ ਹੋਇਆ, ਉਹਦੇ ਤੇ ਛਾਤੀ ਹੈ ਨਹੀਂ। ਕਹਿਣ ਨੂੰ ਕਾਗਜ਼ਾਂ 'ਚ ਬਾਥਰੂਮ ਹੈਗਾ, ਪਰ ਸੋਚ ਕੇ ਦੇਖੀਏ ਜਦੋਂ ਮੀਂਹ ਬਰਸਾਤ ਪੈਂਦਾ ਹੋਊਗੀ ਤਾਂ ਉਹ ਬਾਥਰੂਮ 'ਚ ਕੌਣ ਜਾਊਗਾ? ਟੀਚਰ 25,000 ਟੀਚਰ, ਮੈਂ ਜਿਸ ਵੀ ਪਿੰਡ 'ਚ ਜਾਂਦਾ, ਜਿਹੜੇ ਵੀ ਸਕੂਲ 'ਚ ਜਾਂਦਾ, ਇੱਕੋ ਹੀ ਮੰਗ ਹੁੰਦੀ ਹੈ ਜੀ, ਟੀਚਰ ਪੂਰੇ ਕਰ ਦਿਓ। 25,000 ਟੀਚਰਾਂ ਦੀ ਘਾਟ ਸੀ ਤੇ ਕਹਿਣ ਨੂੰ ਨੰਬਰ 1 ਸੀ ਜੀ, ਨੰਬਰ 1 ਸੀ, ਨੰਬਰ 1 ਸੀ। ਕਦੀ ਕੋਈ ਜ਼ਮੀਨਾਂ ਤੇ ਉਤਰ ਕੇ ਨਹੀਂ ਦੇਖਿਆ। ਬਤੌਰ ਸਿੱਖਿਆ ਮੰਤਰੀ ਸਕੂਲਾਂ 'ਚ ਗਿਆ ਤੇ ਮੈਨੂੰ ਮਾਣ ਹੈ, ਮੇਰੇ ਮੁੱਖ ਮੰਤਰੀ ਸਾਹਿਬ ਇੱਦਾਂ ਦੇ ਖੁਦ ਸਕੂਲਾਂ 'ਚ ਜਾਂਦੇ ਨੇ। ਅਸੀਂ ਜ਼ਿੱਦ ਫੜੀ, ਸਾਡੇ ਲੀਡਰ ਦਾ ਸੁਪਨਾ ਹੈ, ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਦਾ ਸੁਪਨਾ, ਉਹ ਹਮੇਸ਼ਾ ਸਿੱਖਿਆ ਤੇ ਸਿਹਤ ਦੀ ਗੱਲ ਕਰਦੇ। ਮੇਰੇ ਮੁੱਖ ਮੰਤਰੀ ਦਾ ਸੁਪਨਾ ਹੈ ਕਿ ਉਹ ਸਕੂਲ ਹੋਣ, ਐਦਾਂ ਦੇ ਸਕੂਲ ਹੋਣ ਜਿੱਥੇ ਪੰਜਾਬੀ ਆਪਣੇ ਬੱਚਿਆਂ ਨੂੰ ਮਜਬੂਰੀ 'ਚ ਸਰਕਾਰੀ ਸਕੂਲ 'ਚ ਨਾ ਪਾਣ, ਪਰ ਪੰਜਾਬੀ ਖੁਸ਼ੀ ਨਾਲ ਆਪਣੇ ਬੱਚਿਆਂ ਨੂੰ ਮਾਣ ਦੇ ਨਾਲ ਸਰਕਾਰੀ ਸਕੂਲਾਂ 'ਚ ਭੇਜਣ। ਸਕੂਲ ਆਫ ਐਮੀਨੈਂਸ ਬਾਰੇ ਦੱਸਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇੱਥੇ ਉਹੀ ਬੱਚੇ ਪੜ੍ਹਨਗੇ ਜਿਹੜੇ ਭਾਵੇਂ ਆਰਥਿਕ ਹਾਲਾਤਾਂ ਵੱਲੋਂ ਮਾੜੇ ਹੋਣ ਪਰ ਹੁਨਰਮੰਦ ਹੋਣ। ਇਹੀ ਬੱਚੇ ਅੱਗੇ ਜਾ ਕੇ ਡਾਕਟਰ, ਇੰਜੀਨੀਅਰ ਜਾਂ ਹੋਰ ਵੱਡੇ ਅਹੁਦਿਆਂ ਤੇ ਬੈਠਣਗੇ। ਤੇ ਸਿੱਖਿਆ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਇਹਨਾਂ ਸਕੂਲਾਂ ਦੇ ਵਿੱਚ ਉਹ ਸਹੂਲਤਾਂ ਵੀ ਮਿਲਣਗੀਆਂ ਜਿਹੜੀਆਂ ਵੱਡੇ ਸਕੂਲਾਂ ਦੇ ਵਿੱਚ ਵੀ ਤੁਹਾਨੂੰ ਨਹੀਂ ਮਿਲਦੀਆਂ ਹੋਣੀਆਂ। ਸਕੂਲ ਆਫ ਐਮੀਨੈਂਸ ਪੰਜਾਬੀ 'ਚ ਭਾਵ ਉਹ ਹੈ ਜੀ, ਇਹ ਉਹ ਸਕੂਲ ਹੋਣਗੇ ਜਿੱਥੇ ਪੰਜਾਬ ਦੇ ਉਹ ਹੋਣਹਾਰ ਬੱਚੇ ਜਿਨ੍ਹਾਂ 'ਚ ਸ਼ਮਤਾ ਤਾਂ ਸੀ ਪਰ ਕੁਝ ਹਾਲਾਤਾਂ ਕਰਕੇ ਉਹਨਾਂ ਨੂੰ ਵਧੀਆ ਵਿੱਦਿਆ ਨਹੀਂ ਮਿਲ ਪਾਉਂਦੀ ਸੀ। ਉਹ ਡਾਕਟਰ ਨਹੀਂ ਬਣ ਪਾਉਂਦੇ ਸੀ, ਉਹ ਇੰਜੀਨੀਅਰ ਨਹੀਂ ਬਣ ਪਾਉਂਦੇ ਸੀ, ਉਹ IAS IPS ਨਹੀਂ ਬਣ ਪਾਉਂਦੇ ਸੀ। ਉਹ ਸਾਰੇ ਬੱਚਿਆਂ ਨੂੰ ਹੁਣ ਅਸੀਂ ਇੰਜੀਨੀਅਰ, ਸਾਇੰਟਿਸਟ, IAS IPS ਵਕੀਲ ਬਣਾਵਾਂਗੇ।
ਕੋਈ ਵੀ ਪੰਜਾਬ 'ਚ ਇੱਕ ਵੀ ਬੱਚਾ ਇਸ ਕਰਕੇ ਪਿੱਛੇ ਨਹੀਂ ਰਹਿ ਜਾਊਗਾ ਕਿ ਉਸ ਨੂੰ ਵਧੀਆ ਵਿਦਿਆ ਨਹੀਂ ਮਿਲੀ। ਇਹ ਹੈ ਸਕੂਲ ਆਫ ਐਮੀਨੈਂਸ। ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਹੈ ਤੇ ਮੈਂ ਪੂਰੇ ਦਾਅਵੇ ਨਾਲ ਕਹਿ ਸਕਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਕੂਲ ਆਫ ਐਮੀਨੈਂਸ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਦੀ ਤਸਵੀਰ ਤੇ ਤਕਦੀਰ ਬਦਲਣਗੇ। ਹੁਣ ਪਹਿਲਵਾਨਾਂ ਦੇ ਧਰਨੇ ਦੀ ਗੱਲ ਕਰ ਲਈਏ, ਜਿਹੜਾ ਦਿੱਲੀ ਦੇ ਜੰਤਰ ਮੰਤਰ ਤੇ ਚੱਲ ਰਿਹਾ ਸੀ। ਪਹਿਲਵਾਨਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਹੈ ਸਰਕਾਰ ਦੇ ਭਰੋਸੇ ਤੋਂ ਬਾਅਦ। ਦੇਰ ਰਾਤ ਤੱਕ ਖੇਡ ਮੰਤਰੀ ਅਨੁਰਾਗ ਠਾਕੁਰ ਤੇ ਪਹਿਲਵਾਨਾਂ ਦੇ ਵਿਚਾਲੇ ਮੀਟਿੰਗ ਚੱਲੀ, ਜਿਸ ਤੋਂ ਬਾਅਦ ਪਹਿਲਵਾਨਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਖੇਡ ਮੰਤਰੀ ਨੇ ਸਾਡੀਆਂ ਸਾਰੀਆਂ ਮੰਗਾਂ ਸੁਣੀਆਂ ਨੇ, ਉਚਿਤ ਤੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ, ਇਸ ਲਈ ਅਸੀਂ ਵਿਰੋਧ ਪ੍ਰਦਰਸ਼ਨ ਵਾਪਸ ਲੈ ਰਹੇ ਹਾਂ। खिलाड़ियों की जो हमारी बात थी, जो आवाज़ थी, वो सुनी है और एक निर्णय लिया है कि भाई हम एक कमेटी गठित करेंगे जो आपको 1 महीने में उसका रिजल्ट देगी। तो हमने पूरा विश्वास है कि इसमें निष्पक्ष जांच होगी और जो खिलाड़ियों की सुरक्षा की बात है, चाहे वो किसी तरह की बात है, कि वो मंत्री जी ने बोला कि वो हमारी जिम्मेवारी है, क्योंकि पहले भी कुश्ती फेडरेशन के अध्यक्ष की तरफ से खिलाड़ियों को धमकी मिली है। तो सभी खिलाड़ी भी यही थे कि भाई हमने आवाज़ उठाई है और उससे डरे हुए थे उस चीज़ से। तो सभी को समझाया भी है, मंत्री जी ने आश्वासन दिया है कि हम आपके साथ हर कदम पे साथ खड़े हैं। तो मैं आपका धन्यवाद देता हूँ मंत्री जी, हम सभी खिलाड़ियों की तरफ से, और हमें उम्मीद है कि इसमें आप हमेशा खिलाड़ियों के साथ खड़े रहेंगे, हमेशा उनकी जो जांच में जो 100% अच्छे से उसकी जांच करवाएंगे, निष्पक्ष जांच होगी उसकी। और ਪ੍ਰਦਰਸ਼ਨ ਖਤਮ ਕਰਨ ਦੇ ਨਾਲ ਹੀ ਇੱਕ ਕਮੇਟੀ ਦਾ ਐਲਾਨ ਵੀ ਕੀਤਾ ਗਿਆ, ਜਿਹੜੀ 4 ਹਫ਼ਤਿਆਂ ਦੇ ਵਿੱਚ ਰਿਪੋਰਟ ਸੌਂਪੇਗੀ। ਜਾਂਚ ਜਦੋਂ ਤੱਕ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਕੁਸ਼ਤੀ ਸੰਘ ਦਾ ਕੰਮ ਵੀ ਕਮੇਟੀ ਦੇਖੇਗੀ। ਕੁਸ਼ਤੀ ਸੰਘ ਦਾ ਮੌਜੂਦਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਾਂਚ ਪੂਰੀ ਹੋਣ ਤੱਕ ਸੰਘ ਦੇ ਕੰਮ ਤੋਂ ਦੂਰ ਰਹੇਗਾ ਤੇ ਜਾਂਚ ਵਿੱਚ ਸਹਿਯੋਗ ਕਰੇਗਾ। ਬੈਠਕ ਤੋਂ ਬਾਅਦ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਦਿਨ ਖਿਡਾਰੀਆਂ ਦੀ ਪਹਿਲਵਾਨਾਂ ਦੀ ਮੰਗ ਆਈ ਸੀ, ਉਸੇ ਦਿਨ ਹੀ ਭਾਰਤੀ ਕੁਸ਼ਤੀ ਮਹਾਸੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। 72 ਘੰਟਿਆਂ 'ਚ ਜਵਾਬ ਮੰਗਿਆ ਗਿਆ ਸੀ। ਕੇਂਦਰੀ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਰੈਸਲਿੰਗ ਫੈਡरेशन ऑफ इंडिया ਦੇ ਪ੍ਰਧਾਨ ਬ੍ਰਿਜ ਭੂਸ਼ਣ शरण सिंह अहदे तो हटे रहेंगे। ओवरसाइट कमेटी का गठन किया जाएगा, जिसके नामों की घोषणा कल कर दी जाएगी। अगले 4 हफ्तों के अंदर अपनी जांच को पूरा करेंगे। जो भी गंभीर आरोप किसी भी तरह के, चाहे फाइनेंशियल हो, सेक्सुअल हरासमेंट के हो या बाकी हो, जो भी कहेंगे इनके सबकी गहराई तक जाएंगे, जांच भी करेंगे और जो निर्णय बाकी करने की आवश्यकता होगी वो भी करने का काम करेंगे। ਇਹਨਾਂ ਸਾਰੇ ਭਰੋਸਿਆਂ ਤੋਂ ਬਾਅਦ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਕ ਅਤੇ ਰਵੀ ਦਈਆ ਸਮੇਤ ਸਾਰੇ ਪਹਿਲਵਾਨਾਂ ਨੇ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਭਾਰਤ ਦੇ ਸਾਰੇ ਨਾਮੀ ਪਹਿਲਵਾਨ 18 ਜਨਵਰੀ ਤੋਂ ਦਿੱਲੀ ਦੇ ਜੰਤਰ ਮੰਤਰ ਤੇ ਧਰਨੇ ਤੇ ਬੈਠੇ ਸਨ। ਵਿਨੇਸ਼ ਫੋਗਾਟ ਨੇ ਮਹਾਸੰਘ ਦੇ ਪ੍ਰਧਾਨ ਤੇ ਜਿਨਸੀ ਸ਼ੋਸ਼ਣ ਸਣੇ ਕਈ ਗੰਭੀਰ ਇਲਜ਼ਾਮ ਲਾਏ। ਹਾਲਾਂਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਲਗਾਤਾਰ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਨੇ। ਭਾਰਤੀ ਓਲੰਪਿਕ ਸੰਘ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖਿਲਾਫ ਮਹਿਲਾ ਕੁਸ਼ਤੀ ਖਿਡਾਰਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਲਈ 7 ਮੈਂਬਰੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਸੀ। ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਪਹਿਲਾਂ ਹੀ ਇਸ ਮਾਮਲੇ ਦੀ ਪੂਰੀ ਜਾਂਚ ਅਤੇ ਖਿਡਾਰੀਆਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਸਰਕਾਰ ਦੇ ਭਰੋਸੇ ਤੋਂ ਬਾਵਜੂਦ ਵੀ ਬ੍ਰਿਜ ਭੂਸ਼ਣ ਦਾ ਦਬਦਬਾ ਬਰਕਰਾਰ ਹੈ। ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ਦੇ ਬਾਵਜੂਦ ਵੀ ਸ਼ਨੀਚਰਵਾਰ ਨੂੰ ਕੌਮੀ ਕੁਸ਼ਤੀ ਮੁਕਾਬਲੇ ਦਾ ਇਸ ਨੇ ਉਦਘਾਟਨ ਕੀਤਾ ਅਤੇ ਆਪਣੇ ਗਲ ਦੇ ਵਿੱਚ ਹਾਰ ਪਵਾਏ। ਉੱਤਰ ਪ੍ਰਦੇਸ਼ ਦੇ ਗੋਂਡਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਨੰਦਨੀ ਨਗਰ ਸਟੇਡੀਅਮ ਦੇ ਵਿੱਚ ਸ਼ੁਰੂ ਹੋਏ ਸੀਨੀਅਰ ਨੈਸ਼ਨਲ, ਸੀਨੀਅਰ ਓਪਨ ਨੈਸ਼ਨਲ ਰੈਂਕਿੰਗ ਟੂਰਨਾਮੈਂਟ ਦਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਉਦਘਾਟਨ ਕੀਤਾ। ਮੰਚ ਤੇ ਪਹੁੰਚਣ ਤੋਂ ਪਹਿਲਾਂ ਅਧਿਕਾਰੀਆਂ ਨੇ ਇਸ ਦਾ ਬਾਕਾਇਦਾ ਸਵਾਗਤ ਵੀ ਕੀਤਾ, ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਹਨਾਂ ਜਾਣਕਾਰੀਆਂ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਵੀ ਆ ਗਈ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਨੇ ਆਪਣੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਲੱਗੇ ਜਿਨਸੀ ਸ਼ੋਸ਼ਣ ਸਮੇਤ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਜਿਹੜੀ ਗੱਲ ਕਰ ਰਹੇ ਸੀ ਸ਼ੁੱਕਰਵਾਰ ਦੀ ਰਾਤ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਕੇ 72 ਘੰਟਿਆਂ ਦੇ ਵਿੱਚ ਰਿਪੋਰਟ ਮੰਗੀ ਗਈ ਹੈ।
ਉਹ ਰਿਪੋਰਟ ਯਾਨੀ ਕਿ 72 ਘੰਟਿਆਂ ਵਿੱਚ ਜਵਾਬ ਮੰਗਿਆ ਗਿਆ ਭਾਰਤੀ ਕੁਸ਼ਤੀ ਮਹਾਸੰਘ ਦੇ ਵੱਲੋਂ। ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਪ੍ਰਧਾਨ ਬਿਲਕੁਲ ਠੀਕ ਹੈ। ਉਹਨਾਂ ਕਿਹਾ ਕਿ ਖੇਡ ਸੰਸਥਾ ਦੇ ਵਿੱਚ ਮਨਮਾਨੀ ਅਤੇ ਕੁਪ੍ਰਬੰਧਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਫੈਡਰੇਸ਼ਨ ਨੇ ਖੇਡ ਮੰਤਰਾਲੇ ਨੂੰ ਦਿੱਤੇ ਜਵਾਬ 'ਚ ਕਿਹਾ ਕਿ ਫੈਡਰੇਸ਼ਨ ਦਾ ਪ੍ਰਬੰਧਨ ਇਸ ਦੇ ਸੰਵਿਧਾਨ ਮੁਤਾਬਿਕ ਚੁਣੀ ਹੋਈ ਸੰਸਥਾ ਵੱਲੋਂ ਕੀਤਾ ਜਾਂਦਾ ਹੈ, ਇਸ ਲਈ ਪ੍ਰਧਾਨ ਸਮੇਤ ਕਿਸੇ ਵੀ ਵਿਅਕਤੀ ਵੱਲੋਂ ਇਸ ਵਿੱਚ ਮਨਮਾਨੀ ਤੇ ਕੁਪ੍ਰਬੰਧਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਕਹਿੰਦੇ ਫੈਡਰੇਸ਼ਨ ਨੇ ਮੌਜੂਦਾ ਪ੍ਰਧਾਨ ਦੇ ਅਧੀਨ ਯਾਨੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਅਧੀਨ ਹਮੇਸ਼ਾ ਪਹਿਲਵਾਨਾਂ ਦੇ ਸਰਵੋਤਮ ਹਿੱਤਾਂ ਨੂੰ ਧਿਆਨ ਰੱਖਦੇ ਹੋਏ ਕੰਮ ਕੀਤਾ ਹੈ। ਜਵਾਬ 'ਚ ਇਹ ਵੀ ਕਿਹਾ ਗਿਆ ਕਿ ਪਹਿਲਵਾਨ ਫੈਡਰੇਸ਼ਨ ਨੂੰ ਬਦਨਾਮ ਕਰਨ ਦੇ ਲਈ ਨਿੱਜੀ ਹਿੱਤ ਜਾਂ ਦਬਾਅ ਹੇਠ ਵਿਰੋਧ ਕਰ ਰਹੇ ਨੇ। ਇਸ ਵਿਰੋਧ ਪਿੱਛੇ ਮੌਜੂਦਾ ਪ੍ਰਬੰਧ ਨੂੰ ਬਦਲਣ ਦੇ ਲਈ ਕੁਝ ਨਿੱਜੀ ਅਤੇ ਲੁਕੇ ਏਜੰਡੇ ਹਨ। ਇਹ ਵੱਡਾ ਜਿਹੜਾ ਇਲਜ਼ਾਮ ਲਾਇਆ। ਉਸ ਤੋਂ ਬਾਅਦ ਖੇਡ ਮੰਤਰਾਲਾ ਕੀ ਕਹੂਗਾ, ਜਦੋਂ ਵੀ ਕੋਈ ਅਪਡੇਟ ਆਈ ਤੁਹਾਨੂੰ ਦੱਸਾਂਗੇ। ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਹੈ, ਜਿਸ ਕਰਕੇ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਦੇ ਦਾਖਲ ਕਰਵਾਇਆ ਗਿਆ। ਵੇਰਵੇ ਮਿਲੇ ਨੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਦਿਲ ਦੇ ਵਿੱਚ ਸਟੰਟ ਪਿਆ ਸੀਗਾ ਤੇ ਉਸ ਸਟੰਟ ਦੇ ਵਿੱਚ ਦਿੱਕਤ ਆਉਣ ਕਰਕੇ ਉਹਨਾਂ ਦੀ ਸਿਹਤ ਵਿਗੜੀ ਹੈ ਤੇ ਪਹਿਲਾਂ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ, ਪਰ ਹਾਲਤ ਖਰਾਬ ਹੋਣ ਕਰਕੇ ਪੀਜੀਆਈ ਲਿਜਾਇਆ ਗਿਆ। ਇਸ ਬਾਰੇ ਉਹਨਾਂ ਦੇ ਵੱਡੇ ਭਰਾ ਚਮਕੌਰ ਸਿੰਘ ਨੇ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੜਕੇ ਸ਼ਨੀਚਰਵਾਰ ਨੂੰ ਰਾਜਪੁਰਾ ਦੇ ਵਿੱਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਨਾਕਾ ਲਾ ਕੇ 100 ਦੇ ਕਰੀਬ ਟਰੱਕਾਂ ਦੀ ਖੁਦ ਚੈਕਿੰਗ ਕੀਤੀ। ਜੀਐਸਟੀ ਦੀ ਚੋਰੀ ਰੋਕਣ ਦੇ ਲਈ ਕੀਤੀ ਗਈ ਚੈਕਿੰਗ ਦੌਰਾਨ ਬਿਨਾਂ ਬਿੱਲਾਂ ਵਾਲੇ 20 ਤੋਂ ਵੱਧ ਟਰੱਕਾਂ ਨੂੰ 10 ਲੱਖ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ। ਕਈ ਟਰੱਕ ਅਜਿਹੇ ਪਾਏ ਗਏ ਜਿਨ੍ਹਾਂ ਦੇ ਕੋਲ ਸਮਾਨ ਦਾ ਬਿੱਲ ਵੀ ਨਹੀਂ ਸੀ ਤੇ ਕਈਆਂ ਕੋਲ ਸਾਰੇ ਦਸਤਾਵੇਜ਼ ਨਹੀਂ ਸਨ। ਮੰਤਰੀ ਹਰਪਾਲ ਚੀਮਾ ਆਪਣੇ ਹਲਕੇ ਵਿੱਚ ਜਾ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਜੀਐਸਟੀ ਚੋਰੀ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਕਰਕੇ ਉਹਨਾਂ ਨੇ ਅਫਸਰਾਂ ਦੀ ਟੀਮ ਨੂੰ ਨਾਲ ਲੈ ਕੇ ਇੱਥੇ ਖੁਦ ਚੈਕਿੰਗ ਕੀਤੀ ਅਤੇ ਤਗੜੀ ਕਾਰਵਾਈ ਕੀਤੀ। ਮੌਸਮ ਦੇ ਵਿੱਚ ਥੋੜੀ ਤਬਦੀਲੀ ਆਉਣ ਤੋਂ ਬਾਅਦ ਯਾਨੀ ਕਿ ਪਾਰਾ ਪਹਿਲਾਂ ਬਹੁਤ ਡਿੱਗਿਆ ਹੋਇਆ ਸੀ, ਹੁਣ ਤਾਪਮਾਨ ਥੋੜਾ ਉੱਤੇ ਆ ਰਿਹਾ ਹੈ। ਮੌਸਮ ਦੇ ਵਿੱਚ ਠੰਡਕ ਹੈ ਜਿਹੜੀ ਉਹ ਥੋੜੀ ਘਟੀ ਹੈ, ਜਿਹੜੀ ਸੁੱਕੀ ਠੰਡ ਹੈ ਉਹ ਵੀ ਘਟੀ। ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸਾਰੇ ਸਕੂਲ ਨੇ ਜਿਹੜੇ ਹੁਣ ਉਹਨਾਂ ਦੇ ਵਿੱਚ ਸਾਰੇ ਵਿਦਿਆਰਥੀਆਂ ਦੀਆਂ ਕਲਾਸਾਂ ਨੇ ਜਿਹੜੀਆਂ ਸਵੇਰੇ 9 ਵਜੇ ਤੋਂ ਲੈ ਕੇ 2:20 ਤੱਕ ਲੱਗਣਗੀਆਂ। ਸਟਾਫ ਦਾ ਸਮਾਂ ਜਿਹੜਾ ਉਹ 8:30 ਵਜੇ ਤੋਂ ਲੈ ਕੇ 2:30 ਵਜੇ ਤੱਕ ਦਾ ਰਹੇਗਾ। ਜਿਹੜੇ ਡਬਲ ਸ਼ਿਫਟ ਦੇ ਵਿੱਚ ਸਕੂਲ ਲੱਗਦੇ ਨੇ ਉਹਨਾਂ ਦੇ ਵਿੱਚ ਪਹਿਲੀ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਬੱਚਿਆਂ ਦਾ ਜਿਹੜਾ ਸਕੂਲ ਆ ਉਹ 1:30 ਵਜੇ ਤੋਂ ਲੈ ਕੇ 4:30 ਵਜੇ ਤੱਕ ਲੱਗੂਗਾ ਤੇ ਬਾਕੀਆਂ ਦਾ 6ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਜਾਂ 10ਵੀਂ ਜਮਾਤ ਤੱਕ ਜਿੱਥੋਂ ਤੱਕ ਵੀ ਸਕੂਲ ਨੇ ਉਹਨਾਂ ਦੀਆਂ ਕਲਾਸਾਂ 9 ਵਜੇ ਤੋਂ ਲੈ ਕੇ 1:15 ਵਜੇ ਤੱਕ ਲੱਗਣਗੀਆਂ। ਸੋ ਇੱਕ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਰਿਹਾਈ ਦੇ ਚਰਚੇ ਚੱਲ ਰਹੇ ਨੇ ਤਾਂ ਦੂਸਰੇ ਪਾਸੇ ਰਿਹਾਈ ਤੋਂ ਪਹਿਲਾਂ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਦੇ ਜ਼ਿਆਦਾ ਵੇਰਵੇ ਨਹੀਂ ਮਿਲ ਸਕੇ। ਤੇ ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਸੂਬੇ ਦੇ ਵਿੱਚ ਆਪਰੇਸ਼ਨ ਈਗਲ ਚਲਾ ਕੇ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਨੱਥ ਪਾਉਣ ਦਾ ਦਾਅਵਾ ਕਰ ਰਹੀ ਹੈ ਤਾਂ ਦੂਜੇ ਪਾਸੇ ਸੂਬੇ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਕਾਰੋਬਾਰੀਆਂ ਤੇ ਲੀਡਰਾਂ ਨੂੰ ਧਮਕੀਆਂ ਦਿੱਤੇ ਜਾਣ ਦਾ ਸਿਲਸਿਲਾ ਵੀ ਜਾਰੀ ਹੈ। ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਉਹਨਾਂ ਦੇ ਮੋਬਾਈਲ ਫੋਨ ਤੇ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਨੇ ਸਰੂਪ ਚੰਦ ਸਿੰਗਲਾ ਨੂੰ ਕਿਹਾ ਕਿ ਉਹਨਾਂ ਨੇ 22 ਜਨਵਰੀ ਨੂੰ ਅੰਮ੍ਰਿਤਸਰ ਜਾਣਾ ਹੈ ਤਾਂ ਪੂਰੀ ਤਿਆਰੀ ਨਾਲ ਜਾਣ। ਦੋਸ਼ੀ ਕੋਲ ਸਿੰਗਲਾ ਦੀ ਗੱਡੀ ਨੰਬਰ ਤੋਂ ਲੈ ਕੇ ਸਾਰੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਹੈ। ਉਸਨੇ ਸਿੰਗਲਾ ਨੂੰ ਧਮਕਾਇਆ ਕਿ ਉਹ ਆਪਣੀ ਸਫੈਦ ਰੰਗ ਦੀ ਇਨੋਵਾ ਕ੍ਰਿਸਟਾ ਗੱਡੀ ਦੇ ਵਿੱਚ ਅੰਮ੍ਰਿਤਸਰ ਜਾਣ ਦੌਰਾਨ ਆਪਣੇ ਬਾਡੀਗਾਰਡ ਗਨਮੈਨ ਤੇ ਡਰਾਈਵਰ ਦੇ ਨਾਲ ਪੂਰੀ ਤਿਆਰੀ ਕਰਕੇ ਜਾਣ ਤੇ ਆਪਣੇ ਪਰਿਵਾਰ ਨੂੰ ਵੀ ਚੰਗੀ ਤਰ੍ਹਾਂ ਮਿਲ ਲੈਣ। ਤੇ ਦੂਜੀ ਹੈਰਾਨੀ ਵਾਲੀ ਗੱਲ ਇਸ ਦਰਮਿਆਨ ਇਹ ਹੈ ਕਿ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਪੰਜਾਬ ਪੁਲਿਸ ਦੇ ਦਾਅਵਿਆਂ ਦੇ ਦਰਮਿਆਨ ਦਿੱਲੀ ਪੁਲਿਸ ਨੇ ਪੰਜਾਬ ਚ ਆ ਕੇ ਗੈਂਗਸਟਰ ਲਖਬੀਰ ਲੰਡਾ ਦੇ 2 ਸਾਥੀ ਦਬੋਚੇ ਨੇ। ਦਿੱਲੀ ਪੁਲਿਸ ਨੇ ਕਾਰਵਾਈ ਅੰਮ੍ਰਿਤਸਰ ਦੇ ਵਿੱਚ ਆ ਕੇ ਕੀਤੀ। ਇਸ ਦੌਰਾਨ ਦੋਵੇਂ ਗੈਂਗਸਟਰਾਂ ਨੇ ਪੁਲਿਸ ਤੇ ਫਾਇਰਿੰਗ ਵੀ ਕੀਤੀ ਤੇ ਦਿੱਲੀ ਪੁਲਿਸ ਦੇ ਇੱਕ ਕਾਂਸਟੇਬਲ ਦੇ ਪੈਰ 'ਚ ਗੋਲੀ ਵੀ ਲੱਗੀ। ਫੜੇ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਪੰਜਾਬ ਦੇ ਗੁਰਦਾਸਪੁਰ ਵਾਸੀ ਰਾਜਨ ਭੱਟੀ ਅਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਕਮਲਜੀਤ ਸਿੰਘ ਉਰਫ ਚੀਨਾ ਵਜੋਂ ਹੋਈ ਹੈ, ਜਦਕਿ ਚੀਨਾ ਦਾ ਇੱਕ ਸਾਥੀ ਹੈ ਜਿਹੜਾ ਉਹ ਭੱਜਣ ਦੇ ਵਿੱਚ ਸਫਲ ਰਿਹਾ, ਜਿਸ ਦਾ ਨਾਮ ਪੱਪੂ ਦੱਸਿਆ ਜਾ ਰਿਹਾ ਹੈ। ਸਪੈਸ਼ਲ ਸੈੱਲ ਦਿੱਲੀ ਪੁਲਿਸ ਦੇ ਡੀਸੀਪੀ ਮਨੀਸ਼ ਚੰਦਰਾ ਨੇ ਕਿਹਾ ਕਿ ਰਾਜਨ ਭੱਟੀ ਪੰਜਾਬ ਦੇ ਲੋੜੀਂਦੇ ਗੈਂਗਸਟਰਾਂ ਦੇ ਵਿੱਚੋਂ ਇੱਕ ਹੈ ਤੇ ਸੂਬੇ ਦੀ ਪੁਲਿਸ ਯਾਨੀ ਕਿ ਦਿੱਲੀ ਦੀ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਗੈਂਗਸਟਰਾਂ ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਲੋਕਲ ਪੁਲਿਸ ਦੇ ਨਾਲ ਪੰਜਾਬ ਪੁਲਿਸ ਨੇ ਵੀ ਚੁੱਪੀ ਸਾਧ ਲਈ, ਕਿਉਂਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਸ਼ਾਮਲ ਸ਼ੂਟਰਾਂ ਨੂੰ ਵੀ ਪੰਜਾਬ ਆ ਕੇ ਕਾਬੂ ਕੀਤਾ ਸੀ। ਫਿਰ ਜਦੋਂ ਮਾਨਸਾ ਸੀਆਈ ਸਟਾਫ ਦੀ ਗ੍ਰਿਫਤ 'ਚੋਂ ਫਰਾਰ ਹੋਏ
ਦੀਪਕ ਟੀਨੂ ਨੂੰ ਪੰਜਾਬ ਪੁਲਿਸ ਤਾਂ ਨਹੀਂ ਫੜ ਸਕੀ ਸੀ, ਪਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਤੋਂ ਫੜਿਆ ਸੀ। ਫਿਰ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਮਾਮਲਾ ਸੀ, ਉਹਦੇ ਵਿੱਚ ਸ਼ਾਮਲ ਸ਼ੂਟਰਾਂ ਨੂੰ ਵੀ ਦਿੱਲੀ ਪੁਲਿਸ ਨੇ 19 ਘੰਟਿਆਂ ਦੇ ਅੰਦਰ ਅੰਦਰ ਪਟਿਆਲੇ ਤੋਂ ਕਾਬੂ ਕਰ ਲਿਆ ਸੀ ਤੇ ਹੁਣ ਦਿੱਲੀ ਪੁਲਿਸ ਨੇ ਦਿੱਲੀ ਤੋਂ ਆ ਕੇ ਅੰਮ੍ਰਿਤਸਰ ਦੇ ਵਿੱਚ ਇਹ ਕਾਰਵਾਈ ਕੀਤੀ ਹੈ। ਤਾਂ ਸਵਾਲ ਉੱਠਦਾ ਹੈ ਕਿ ਪੰਜਾਬ ਪੁਲਿਸ ਕੀ ਕਰ ਰਹੀ ਹੈ। ਹਾਲਾਂਕਿ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਵਿੱਚ 3 ਦਿਨ ਪਹਿਲਾਂ 13 ਬਦਮਾਸ਼ਾਂ ਨੂੰ ਗ੍ਰਿਫਤਾਰ ਜ਼ਰੂਰ ਕੀਤਾ ਸੀ ਤੇ ਇਹ ਸਾਰੇ ਵਿਦੇਸ਼ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਦੇ ਲਈ ਕੰਮ ਕਰਦੇ ਨੇ। ਇਹਨਾਂ 13 ਆਪਰੇਟਿਵਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਕਿ ਔਰਤ ਦਾ ਨਾਮ ਦਲਜੀਤ ਕੌਰ ਮਾਣੋ ਹੈ, ਜਿਹੜੀ ਗੈਂਗਸਟਰ ਅੰਮ੍ਰਿਤ ਬੱਲ ਦੀ ਸਭ ਤੋਂ ਵੱਡੀ ਵਫਾਦਾਰ ਦੱਸੀ ਜਾ ਰਹੀ ਹੈ। ਅੰਮ੍ਰਿਤ ਬੱਲ ਜਦੋਂ ਵੀ ਭਾਰਤ ਆਇਆ ਤਾਂ ਉਹ ਦਲਜੀਤ ਕੌਰ ਮਾਣੋ ਦੇ ਕੋਲੇ ਹੀ ਰਹਿੰਦਾ ਰਿਹਾ। ਟਾਰਗੇਟ ਕਿਲਿੰਗ ਦੀ ਕਹਿੰਦੇ ਸਾਰੀ ਜ਼ਿੰਮੇਵਾਰੀ ਇਸ ਔਰਤ ਦੇ ਸਿਰ ਤੇ ਹੀ ਸੀ। ਦਲਜੀਤ ਕੌਰ ਮਾਣੋ ਟਾਰਗੇਟ ਕਿਲਿੰਗ ਤੋਂ ਪਹਿਲਾਂ ਰੇਕੀ ਕਰਦੀ ਸੀ। ਸੂਤਰਾਂ ਮੁਤਾਬਕ ਇਹਨਾਂ 13 ਬਦਮਾਸ਼ਾਂ ਦੇ ਨਿਸ਼ਾਨੇ ਤੇ ਲੁਧਿਆਣੇ ਦੇ 6 ਲੀਡਰ ਸਨ। ਸ਼ਰਾਰਤੀ ਅਨਸਰਾਂ ਨੇ 14 ਅਜਿਹੇ ਨਿਸ਼ਾਨੇ ਬਣਾਏ ਸਨ ਜਿਹੜੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਿੱਚ ਸਨ। ਇਹਨਾਂ ਦੇ ਵਿੱਚੋਂ ਮਾਣੋ ਪੰਜਾਬ 'ਚ ਗੈਰ ਕਾਨੂੰਨੀ ਗਤੀਵਿਧੀਆਂ ਦੀ ਸੰਚਾਲਕ ਸੀ। ਪੁਲਿਸ ਮੁਤਾਬਕ ਅੰਮ੍ਰਿਤ ਬੱਲ ਮਾਣੋ ਰਾਹੀਂ ਆਪਣੇ ਗੈਂਗ ਦੇ ਮੈਂਬਰਾਂ ਨੂੰ ਹਥਿਆਰ ਤੇ ਨਕਦੀ ਸਪਲਾਈ ਕਰਦਾ ਰਿਹਾ। ਪੁਲਿਸ ਜਾਂਚ ਕਰ ਰਹੀ ਹੈ ਕਿ ਦਲਜੀਤ ਕੌਰ ਮਾਣੋ ਗੈਂਗਸਟਰ ਅੰਮ੍ਰਿਤ ਬੱਲ ਦੇ ਸੰਪਰਕ ਦੇ ਵਿੱਚ ਕਿਵੇਂ ਤੇ ਕਦੋਂ ਆਈ। ਪੁਲਿਸ ਨੂੰ ਪਤਾ ਲੱਗਿਆ ਕਿ ਅੰਮ੍ਰਿਤ ਬੱਲ ਮਾਣੋ ਨੂੰ ਕੋਈ ਸਾਜ਼ਿਸ਼ ਘੜਨ ਅਤੇ ਆਪਣੇ ਗੈਂਗ ਦੇ ਮੈਂਬਰਾਂ ਨੂੰ ਕੰਮ ਸੌਂਪਣ ਦੌਰਾਨ ਉਹਨਾਂ ਨੂੰ ਲੁਕੋ ਕੇ ਰੱਖਦਾ ਸੀ ਤੇ ਪਨਾਹ ਮਾਣੋ ਦਿੰਦੇ ਸੀ। ਪੰਜਾਬ ਵਿਜੀਲੈਂਸ ਟੀਮ ਨੇ ਇੱਕ ਹੋਰ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਦੇ ਇੰਸਪੈਕਟਰ ਬਲਜੀਤ ਸਿੰਘ ਨੂੰ 7 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਦੇ ਵਿੱਚ ਟ੍ਰੈਫਿਕ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਸ਼ਰਨਜੀਤ ਸਿੰਘ ਜਿਮੀ ਵਾਸੀ ਮਾਡਲ ਟਾਊਨ ਖਰੜ ਮੋਹਾਲੀ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਪੁਲਿਸ ਕਰਮਚਾਰੀ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਸਸਪੈਂਡ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਟੀਮ ਦੇ ਕੋਲ ਪਹੁੰਚ ਕੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮ ਉਸਦੇ ਮਾਤਾ-ਪਿਤਾ ਨੂੰ ਅਦਾਲਤੀ ਕੇਸ ਦੇ ਵਿੱਚ ਪੇਸ਼ੀ ਤੋਂ ਛੋਟ ਦਿਵਾਉਣ ਬਦਲੇ 10 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਪੁਲਿਸ ਕਰਮਚਾਰੀ ਨੇ ਇਹ ਰਿਸ਼ਵਤ ਦੀ ਰਕਮ 7 ਲੱਖ ਅਤੇ 3 ਲੱਖ ਰੁਪਏ ਦੀਆਂ 2 ਕਿਸ਼ਤਾਂ ਵਿੱਚ ਦੇਣ ਦੀ ਮੰਗ ਕੀਤੀ। ਇਸ ਸ਼ਿਕਾਇਤ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ। ਪੁਲਿਸ ਮੁਲਾਜ਼ਮ ਨੂੰ ਪਹਿਲੀ ਕਿਸ਼ਤ ਵਜੋਂ 7 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਇੰਸਪੈਕਟਰ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਉਡਣ ਦਸਤਾ 1 ਮੋਹਾਲੀ ਦੇ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਵਿੱਢ ਦਿੱਤੀ ਹੈ। ਸੋ ਇਹ ਬਹੁਤ ਵੱਡੀ ਰਿਸ਼ਵਤ ਹੈ ਕਿ ਕਿਸੇ ਨੂੰ ਪੇਸ਼ੀ ਤੋਂ ਛੋਟ ਦਿਵਾਉਣ ਦੇ ਬਦਲੇ 10 ਲੱਖ ਰੁਪਏ ਦੀ ਰਿਸ਼ਵਤ ਮੰਗਣੀ ਤੇ ਜਿਹੜੇ ਮੁਲਜ਼ਮ ਨੇ ਉਹ ਵੀ 7 ਲੱਖ ਰੁਪਏ ਲੈ ਕੇ ਪਹੁੰਚ ਗਏ ਸੀ। ਗਣਤੰਤਰ ਦਿਵਸ ਤੋਂ ਠੀਕ ਪਹਿਲਾਂ ਸ਼ਨੀਚਰਵਾਰ ਸਵੇਰੇ ਜੰਮੂ ਦੇ ਵਿੱਚ 2 ਧਮਾਕੇ ਹੋਏ, ਜਿਸ ਦੇ ਵਿੱਚ 7 ਜਣੇ ਜ਼ਖਮੀ ਹੋ ਗਏ। ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਨੇ ਦੱਸਿਆ ਕਿ ਧਮਾਕੇ ਜੰਮੂ ਸ਼ਹਿਰ ਦੇ ਨਰਵਾਲ ਇਲਾਕੇ ਦੇ ਵਿੱਚ ਹੋਏ। ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸਥਾਨਕ ਪੁਲਿਸ ਦੀ ਮੁੱਢਲੀ ਜਾਂਚ ਦੇ ਮੁਤਾਬਿਕ ਨਰਵਾਲ ਇਲਾਕੇ ਵਿੱਚ ਸੜਕ ਦੇ ਕਿਨਾਰੇ ਖੜੀ ਇੱਕ ਕਬਾੜ ਕਾਰ ਦੇ ਵਿੱਚ ਧਮਾਕਾ ਹੋਇਆ। ਫਿਲਹਾਲ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਨਰਵਾਲ ਇਲਾਕੇ ਦੇ ਵਿੱਚ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਤੋਂ ਖਬਰ ਹੈ, ਜਿੱਥੇ ਸਾਬਕਾ ਵਿਧਾਇਕ ਦੇ ਘਰ 'ਚ ਧਮਾਕਾ ਹੋਣ ਦੀ ਖਬਰ ਵੀ ਆਈ। ਸੂਰਨਕੋਟ ਦੇ ਸਾਬਕਾ ਵਿਧਾਇਕ ਚੌਧਰੀ ਮੁਹੰਮਦ ਅਕਰਮ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਸ਼ਾਮ ਨੂੰ 7:30 ਵਜੇ ਦੇ ਕਰੀਬ ਲਸਾਨਾ ਪਿੰਡ ਦੇ ਵਿੱਚ ਵਾਪਰੀ। ਉਹਨਾਂ ਦੇ ਘਰ ਦੇ ਕਈ ਕਮਰਿਆਂ ਦੀ ਛੱਤ ਦੇ ਵਿੱਚੋਂ ਸ਼ਰਰੇ ਲੰਘ ਗਏ, ਪਰ ਉਹਨਾਂ ਦਾ ਪਰਿਵਾਰ ਵਾਲ-ਵਾਲ ਬਚ ਗਿਆ। ਅਕਰਮ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ 'ਚ ਮੌਜੂਦ ਨਹੀਂ ਸੀ। ਬਾਅਦ 'ਚ ਪਤਾ ਲੱਗਿਆ ਕਿ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਕਈ ਗੋਲੀਆਂ ਚੱਲੀਆਂ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਟਾਲੇ ਤੋਂ ਖਬਰ ਹੈ, ਜਿੱਥੇ ਕਸਬਾ ਕਾਦੀਆਂ ਦੇ ਵਿੱਚ ਸ਼ਾਤਰ ਚੋਰਾਂ ਨੇ ਹਾਦੀ ਕਰ ਦਿੱਤੀ। ਚੋਰਾਂ ਨੇ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ। ਰਾਤ ਨੂੰ ਬਾਹਰ ਖੜੀਆਂ 5 ਗੱਡੀਆਂ ਦੇ ਟਾਇਰ ਤਾਂ ਚੋਰੀ ਕਰ ਹੀ ਲਏ, ਨਾਲ ਹੀ ਅੰਦਰੋਂ ਮਿਊਜ਼ਿਕ ਸਿਸਟਮ ਵੀ ਚੋਰੀ ਕਰਕੇ ਲੈ ਗਏ। ਟਾਇਰ ਚੋਰੀ ਕਰਨ ਤੋਂ ਬਾਅਦ ਗੱਡੀਆਂ ਨੂੰ ਇੱਟਾਂ ਦੇ ਸਹਾਰੇ ਖੜੀਆਂ ਕਰਕੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਚੁੱਕੀ ਹੈ। ਗੱਡੀਆਂ ਦੇ ਪੀੜਤ ਮਾਲਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣੋਂ ਭਾਵੇਂ ਇਨਕਾਰ ਕਰ ਦਿੱਤਾ, ਪਰ ਜਾਂਚ ਚੱਲ ਰਹੀ ਹੈ। ਪੰਜਾਬ ਦੇ ਵਿੱਚ ਆਏ ਦਿਨ ਸੜਕ ਹਾਦਸੇ ਵਾਪਰਦੇ ਨੇ। ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਇੱਕ ਹੋਰ ਸੜਕ ਹਾਦਸਾ ਵਾਪਰਿਆ। ਹਾਈਵੇ ਤੇ ਪਠਾਨਕੋਟ ਤੋਂ ਇੱਕ ਗੱਡੀ ਦੇ ਵਿੱਚ ਪਰਿਵਾਰ ਦੇ 5 ਜੀ ਅੰਮ੍ਰਿਤਸਰ ਜਾ ਰਹੇ ਸਨ। ਅਚਾਨਕ ਬਟਾਲਾ ਨੇੜੇ ਉਹਨਾਂ ਦੀ ਗੱਡੀ 'ਚ ਦੂਜੇ ਪਾਸਿਓਂ ਡਿਵਾਈਡਰ ਪਾਰ ਕਰਕੇ ਪਲਟੀ ਖਾਂਦੀ ਹੋਈ ਬਟਾਲੇ ਤੋਂ ਗੁਰਦਾਸਪੁਰ ਜਾ ਰਹੀ ਇੱਕ ਸਵਿਫਟ ਕਾਰ ਸਾਹਮਣੇ ਆ ਗਈ ਤੇ ਦੋਹਾਂ ਗੱਡੀਆਂ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋ ਗਈ। ਦੋਵੇਂ ਗੱਡੀਆਂ ਦੇ ਵਿੱਚ ਸਵਾਰ ਮੁਸਾਫਿਰ ਜ਼ਖਮੀ ਨੇ, ਇੱਕ ਦੀ ਮੌਤ ਹੋਈ ਹੈ। ਸਵਿਫਟ ਗੱਡੀ ਵਿੱਚ ਸਵਾਰ ਕਸਬਾ ਧਿਆਨਪੁਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਜਿਹੜੇ ਲੈਕਚਰਰ ਨੇ, ਆਪਣੀ ਪਤਨੀ ਤੇ ਪੁੱਤ ਨਾਲ ਗੁਰਦਾਸਪੁਰ ਜਾ ਰਹੇ ਸੀ। ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਪਤਨੀ ਅਨੂ ਤੇ ਪੁੱਤਰ ਗੰਭੀਰ ਜ਼ਖਮੀ ਨੇ।
ਇਲਾਜ ਲਈ ਅੰਮ੍ਰਿਤਸਰ ਹਸਪਤਾਲ ਦਾਖਲ ਨੇ। ਦੂਸਰੀ ਗੱਡੀ ਵਿੱਚ ਸਵਾਰ ਸਾਰਾ ਜਿਹੜਾ ਪਰਿਵਾਰ ਹੈ ਉਹ ਗੰਭੀਰ ਜ਼ਖਮੀ ਹੈ। ਪੰਜਾਬ ਦੇ ਵਿੱਚ ਭਾਵੇਂ ਪੁਲਿਸ ਨੇ ਬੜੀ ਸਖਤੀ ਕੀਤੀ ਹੋਈ ਹੈ ਕਿ ਚਾਈਨਾ ਡੋਰ ਨਾ ਕੋਈ ਖਰੀਦ ਸਕਦਾ ਨਾ ਵੇਚ ਸਕਦਾ, ਕਾਨੂੰਨੀ ਕਾਰਵਾਈ ਹੋਏਗੀ, ਕਈ ਥਾਵਾਂ ਤੇ ਕਾਰਵਾਈ ਹੋਈ ਵੀ ਹੈ, ਪਰ ਇਸ ਦੇ ਬਾਵਜੂਦ ਵੀ ਚਾਈਨਾ ਡੋਰ ਵਿਕ ਵੀ ਰਹੀ ਹੈ ਅਤੇ ਲੋਕਾਂ ਨੂੰ ਪਰੇਸ਼ਾਨ ਵੀ ਕਰ ਰਹੀ ਹੈ, ਜ਼ਖਮੀ ਵੀ ਕਰ ਰਹੀ ਹੈ। ਦੁਰਾਹਾ ਦੇ ਵਿੱਚ ਚਾਈਨਾ ਡੋਰ ਦੇ ਨਾਲ ਵੱਢੇ ਜਾਣ ਕਰਕੇ ਇੱਕ ਗਰੀਬ ਪਰਿਵਾਰ ਦੀ ਬੱਚੀ ਜ਼ਖਮੀ ਹੋ ਗਈ ਹੈ। ਪਰਿਵਾਰ ਕੋਲ ਮਹਿੰਗਾ ਇਲਾਜ ਕਰਵਾਉਣ ਲਈ ਪੈਸੇ ਵੀ ਨਹੀਂ, ਹਾਲਾਂਕਿ ਹਸਪਤਾਲ 'ਚ ਦਾਖਲ ਹੈ। ਜ਼ਖਮੀ ਲੜਕੀ ਸ਼ੁਭਨੀਤ ਕੌਰ ਪੜ੍ਹਾਈ ਦੇ ਨਾਲ-ਨਾਲ ਮੈਕਡੋਨਾਲਡ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਚਲਾਉਂਦੀ ਸੀ। ਜਦੋਂ ਕੰਮ ਤੋਂ ਵਾਪਸ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਉਸਦੇ ਗਲੇ ਵਿੱਚ ਚਾਈਨਾ ਡੋਰ ਫਸ ਗਈ। ਡੋਰ ਦੇ ਵਿੱਚ ਇੰਨੀ ਉਲਝ ਗਈ ਕਿ ਉਸ ਦੀਆਂ ਨਾੜਾਂ ਕੱਟੀਆਂ ਗਈਆਂ ਤੇ ਜਿਹੜੀ ਲੜਕੀ ਹੈ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਜੇ ਕੋਈ ਵੀ ਇਸ ਇਲਾਕੇ ਦੇ ਵਿੱਚ ਰਹਿੰਦਾ ਹੈ ਤਾਂ ਇਸ ਬੱਚੀ ਦੀ ਮਦਦ ਹੈ ਜਿਹੜੀ ਉਹ ਜ਼ਰੂਰ ਕਰੇ ਤਾਂ ਕਿ ਉਸ ਦਾ ਇਲਾਜ ਚੰਗਾ ਹੋ ਸਕੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।